परम सम्मान योग सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर इस 30वें अलौकिक कीर्तन समागम दी रहन सबाई दी आप जी हाजरी भर रहे हो। भाई साहब भाई इंद्रजीत सिंह जी खालसा उन्होंने सतगुरां दे अमृत बचन सब गोबिंद है, सब गोबिंद है, गोबिंद बिन नहीं कोई। भगत नामदेव जी का शब्द सरवण कराया ते इस शब्द विच उन्होंने दशमेश पिता जी की अकाल उस्ताद की बाणी दे प्रमाण लाए। भाई नंद लाल साहब जी दियां गज़लां जड़ियां परशियन विच ने वो आप जी नूं सरवण कराइयां। भट्टां दे सवैयां विचों प्रमाण दिते। भगत कबीर साहब जी की बाणी विचों प्रमाण दिते। ते मैं आपनूं बेनती करांगा कि टावें टावें गुरु के कीर्तनीए ने जिहड़े शब्द की समझ रख के अर्थां नूं जान के गुरबाणी दे प्रमाण दिंदे आ, क्योंकि अर्थ तो बिना प्रमाण की समझ नहीं पै सकती। ये आप जी ने सरवण कराया। अपने कोल तकरीबन 55 मिनट का वक्त है। जो विचार आपां शुरू कीती सी उस विचार की मैं हुण संपन्नता करनी है इस दीवान विच, क्योंकि आप कुछ ऐसे सज्जन प्रेमी होवोगे जिन्हां ने सिर्फ हुण ही हाज़री भरी है, पर जिहड़े 5-4 दीवानां विच हाज़री भरदे रहे उन्हां नूं पता है कि मैं किस प्रसंग विच बोल रहा हाँ। मैं पिछली बार प्रबंधक वीरां नूं एक अर्ज कीती सी कि तुसी समागम समर्पित करिया करो। पिछले साल गुरु तेग बहादुर साहब जी दे 400 सालां नूं मैं रिपीट कर लगा गल अपनी, ते ननकाना साहब जी दे साके दे 100 साल नूं असी समर्पित कीता सी। इस बारे असां ने सन्मानयोग भाई साहब भाई मरदाना जी जिन्हां दी आपां 4 दीवानां दे विच कथा कीती है, उस तो बाद गुरु साहब जी दे घर दे रबाबी सत्ता ते बलवंड जी जिन्हां दी बाणी गुरु ग्रंथ साहब च दर्ज है उन्हां नूं समर्पित किया। ते तीसरा गुरमुख प्यारियां ने फ्लैक्स ते बोर्ड ते धन धन बाबा बुढ़ा साहब जी उन्हां नूं भी समर्पित किया गया है। आओ मैं इन्ने क समय च रह के सन्मानयोग गुरु घर दे रबाबी राय बलवंड ते भाई सत्ता जी उन्हां दे संबंध विच और सन्मानयोग बाबा बुढ़ा साहब जी उन्हां बड़े मैं बिल्कुल संखेप जी गल कर सकांगा। आप जितने गुरुदेव के चरणों विच उपस्थित हो कृपा करो असीस बख्शो। सतगुरु गुरु ग्रंथ साहब जी महाराज अपने शब्द की कला वरतान आप विच वरत के विचार करा लैन। गुरु बख्शी फतेह स्वीकार करो। अदब सहित बुलाओ जी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਬਹ ਸੰਗਤ ਬਹੁਤ ਟਿਕਾ ਸੀ। ਅਸੀਂ ਭਾਈ ਮਰਦਾਨਾ ਸਾਹਿਬ ਜੀ ਦਾ ਜੋ ਵਾਰਤਾਲਾਪ ਜਾਂ ਬਚਨ ਬਿਲਾਸ ਗੁਰਦੇਵ ਨੇ ਕੀਤੇ, ਉਹਨੂੰ ਜਨਮ ਸਾਖੀਆਂ ਤੋਂ ਇਤਿਹਾਸ ਦੇ ਵੱਖ-ਵੱਖ ਗ੍ਰੰਥਾਂ ਵਿੱਚੋਂ ਇਕੱਠਿਆਂ ਕਰਕੇ ਆਪ ਜੀ ਦੇ ਸਨਮੁਖ ਕਥਾ ਰੂਪ ਵਿੱਚ ਬੇਨਤੀ ਕੀਤੀ ਸੀ। ਮੈਂ ਫਿਰ ਦੁਬਾਰਾ ਇਸ ਗੱਲ ਨੂੰ ਰਿਪੀਟ ਕਰ ਦੇਣਾ ਕਿ ਭਾਈ ਮਰਦਾਨਾ ਸਾਹਿਬ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ 'ਚ ਹੋਇਆ, ਜਿਸ ਨੂੰ ਆਪਾਂ ਅੱਜ ਨਨਕਾਣਾ ਸਾਹਿਬ ਕਹਿੰਦੇ ਆ। ਬਾਬਾ ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਮ ਬਾਬਾ ਬਦਰਾ ਜੀ ਸੀ। ਇਹਨਾਂ ਦੀ ਮਾਤਾ ਦਾ ਨਾਮ ਮਾਤਾ ਲੱਖੋ ਸੀ। ਇਹਨਾਂ ਦਾ ਜਨਮ ਸਨ 1459 ਨੂੰ ਹੋਇਆ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਆਰਬਲਾ ਕਰਕੇ ਉਮਰ ਕਰਕੇ ਭਾਈ ਮਰਦਾਨਾ ਜੀ 10 ਸਾਲ ਵੱਡੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਲਾਂਕਿ ਉਸ ਪਿੰਡ 'ਚ ਰਹਿੰਦੇ ਆ, ਸਨ 1480 ਨੂੰ ਮਿਲੇ ਨੇ ਤੇ 1534 ਤੱਕ 54 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਰਬਾਬ ਵਜਾ ਕੇ ਕੀਰਤਨ ਕੀਤਾ ਹੈ। ਤੇ ਮੈਂ ਕਹਾਂਗਾ ਗੁਰੂ ਨਾਨਕ ਸਾਹਿਬ ਦੇ ਪਹਿਲੇ ਸਰੋਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਪਹਿਲੇ ਰਬਾਬੀ ਭਾਈ ਮਰਦਾਨਾ ਜੀ ਨੇ ਕੀਰਤਨੀਏ। ਉਸ ਤੋਂ ਇਲਾਵਾ ਭਾਈ ਸਾਹਿਬ, ਉਹਨਾਂ ਨੂੰ 3 ਬਚਨ ਹਜ਼ੂਰ ਨੇ ਕਹੇ। ਭਾਈ ਸਾਹਿਬ ਦਾ ਖਿਤਾਬ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਕਿ ਇਹ ਮੇਰਾ ਭਾਈ ਹੈ। ਤੇ ਮੈਂ ਸੁਬਹ ਅਰਜ਼ ਕੀਤੀ, ਬੜੀ ਵੱਡੀ ਕ੍ਰਾਂਤੀ ਸੀ ਜਿਹਨੂੰ ਲੋਕ ਡੂਮ ਕਹਿੰਦੇ ਸਨ, ਮਿਰਾਸੀ ਕਹਿੰਦੇ ਸਨ, ਨੀਵੀਂ ਜ਼ਾਤ ਦਾ ਕਹਿੰਦੇ ਸਨ, ਉਹਨੂੰ ਹਜ਼ੂਰ ਨੇ ਆਪਣਾ ਭਰਾ ਮੰਨਿਆ ਹੈ। ਫਿਰ ਮੈਂ ਇਹ ਵੀ ਅਰਜ਼ ਕੀਤੀ, ਭਾਈ ਮਰਦਾਨਾ ਸਾਹਿਬ ਜੀ ਦਾ ਵਿਆਹ ਹੋਇਆ। ਇਹਨਾਂ ਦੇ ਘਰੋਂ ਬੀਬੀ ਦਾ ਨਾਮ ਸੀ ਬੀਬੀ ਰੱਖੀ। ਇਹਨਾਂ ਦੇ 2 ਪੁੱਤਰ ਤੇ 1 ਬੇਟੀ ਸੀ। ਬੇਟੇ ਦਾ ਨਾਮ ਸੀ ਸਹਿਜਾਦਾ, ਉਹਨੂੰ ਸਿੱਧਾ ਬੋਲਦੇ ਸਨ ਸ਼ਹਿਜ਼ਾਦਾ, ਉਂਝ ਸੀ ਨਾਮ ਉਹਦਾ ਸ਼ਹਿਜ਼ਾਦਾ। ਦੂਸਰੇ ਬੇਟੇ ਦਾ ਨਾਮ ਸੀ ਰਜਾਦਾ। ਇਹਨਾਂ ਦੀ ਬੇਟੀ, ਉਸ ਦਾ ਨਾਮ ਸੀ ਬੀਬੀ ਕਾਕੋ। ਉਹਦਾ ਵਿਆਹ ਹਜ਼ੂਰ ਨੇ ਉਦਾਸੀਆਂ ਜਾਣ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਉਹਦੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਸੀ, ਸਾਜ਼ੋ ਸਮਾਨ ਜੋ ਚਾਹੀਦਾ ਸੀ। ਹਜ਼ੂਰ ਦੀਆਂ ਉਦਾਸੀਆਂ ਨਾਲ ਰਹੇ ਤੇ 54 ਸਾਲ ਬਾਅਦ, 54 ਸਾਲ ਸੰਗਤ ਕਰਨ ਤੋਂ ਬਾਅਦ ਭਾਈ ਮਰਦਾਨਾ ਸਾਹਿਬ ਜੀ ਨੇ, ਯਾਦ ਰੱਖਿਓ ਮੈਂ ਉਮਰ 54 ਸਾਲ ਦੀ ਕਹਿ ਰਿਹਾ, 54 ਸਾਲ ਸੰਗਤ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਨਮੁਖ ਭਾਈ ਮਰਦਾਨਾ ਜੀ ਨੇ ਆਪਣਾ ਚੋਲਾ ਤਿਆਗਿਆ, ਜਿਹਦਾ ਜ਼ਿਕਰ ਅਸੀਂ ਸਵੇਰੇ ਕਰ ਚੁੱਕੇ। ਗੁਰਮੁਖੋ, ਉਸ ਦਿਨ ਤੋਂ ਬਾਅਦ, ਆਵਾਜ਼ ਥੋੜੀ ਜਿਹੀ ਅੱਗੇ ਜ਼ਿਆਦਾ ਇੱਥੇ, ਉਸ ਦਿਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਬਿਲਕੁਲ ਕਿਤੇ ਬਾਹਰ ਉਦਾਸੀਆਂ ਤੇ ਨਹੀਂ ਗਏ। ਭਾਈ ਮਰਦਾਨਾ ਜੀ ਨਾਲ ਸਨ ਤੇ ਹਜ਼ੂਰ ਜਾਂਦੇ ਰਹੇ ਨੇ। ਹਜ਼ੂਰ ਨੇ ਭਾਈ ਮਰਦਾਨਾ ਸਾਹਿਬ ਨੂੰ ਮੁਖਾਤਬ ਕਰਕੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਵੀ ਉਚਾਰਨ ਕੀਤੇ ਨੇ। ਮੈਂ ਅਰਜ਼ ਕੀਤੀ, ਬਿਹਾਗੜੇ ਕੀ ਵਾਰ ਸ਼ਲੋਕ ਮਰਦਾਨਾ ਪਹਿਲਾ, ਇਹ ਸਤਿਗੁਰੂ ਦਾ ਰਬਾਬੀ ਹੈ। ਉਸ ਤੋਂ ਬਾਅਦ ਗੁਰੂ ਦਰਬਾਰ ਵਿੱਚ ਕੀਰਤਨ ਕਿਹਨਾਂ ਨੇ ਕੀਤਾ? ਇਹ ਗੱਲ ਯਾਦ ਰੱਖਿਓ, ਰਬਾਬੀ ਤੇ ਰਾਗੀ 2 ਸ਼ਬਦ ਨੇ। ਰਬਾhala ਕੇ ਰਾਗ ਦੋਨੋਂ ਗਾਉਂਦੇ ਆ, ਰਬਾਬੀ ਵੱਖਰੇ ਨੇ ਤੇ ਰਾਗੀ ਵੱਖਰੇ ਨੇ। ਮੈਂ ਇਹ ਵੀ ਅੱਗੇ ਬੇਨਤੀ ਕਰਨੀ ਹੈ, ਰਾਗੀ ਕਦੋਂ ਆਉਂਦੇ ਨੇ? ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਆਪਣੇ ਕੋਲ ਰੱਖਿਆ। ਉਹਨਾਂ ਦਾ ਨਾਮ ਸੀ, ਜਿਹਦਾ ਲਿਆ ਭਾਈ ਸਜ਼ਾਦਾ। ਭਾਈ ਸਜ਼ਾਦਾ ਹਜ਼ੂਰ ਦੇ ਸਨਮੁਖ ਰਬਾਬ ਵਜਾਉਂਦੇ ਸਨ ਆਪਣੇ ਅੱਬਾ ਤੋਂ ਬਾਅਦ, ਪਿਤਾ ਤੋਂ ਬਾਅਦ। ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਸਨ 1539 ਨੂੰ ਆਪਣੇ ਜਿਉਂਦੇ ਜੀ ਆਪਣੀ ਹਯਾਤੀ ਵਿੱਚ
ਗੁਰਗੱਦੀ ਜਿਹੜੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਜਿਨ੍ਹਾਂ ਨੂੰ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿੰਦੇ ਹਾਂ, ਕਿਉਂਕਿ ਮਾਪਿਆਂ ਨੇ ਨਾਮ ਲਹਿਣਾ ਰੱਖਿਆ ਹੈ। ਅੰਗਦ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਤੇ ਅੰਗਦ ਦੇ ਲਫ਼ਜ਼ੀ ਅਰਥ ਨੇ ਜਿਹੜਾ ਸਰੀਰ ਦੇ ਅੰਗ ਵਿੱਚੋਂ ਪੈਦਾ ਹੋਇਆ ਹੋਵੇ, ਜਾਂ ਸਰੀਰ ਦਾ ਅੰਗ ਕਹਿ ਲਓ, ਅੰਗਦ। ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਗੁਰੂ ਦਰਬਾਰ ਵਿੱਚ ਰਾਗੀਆਂ ਦਾ ਜ਼ਿਕਰ ਆਉਂਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇਹਨਾਂ ਵਿੱਚ ਅੱਜ ਜਿਹੜਾ ਹੁਣ ਅਸੀਂ ਜ਼ਿਕਰ ਕਰਨ ਲੱਗੇ ਹਾਂ, ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ, ਉਸ ਤੋਂ ਇਲਾਵਾ ਭਾਈ ਸਾਧੂ ਜੀ, ਭਾਈ ਬਾਦੂ ਜੀ। ਗੁਰੂ ਛੇਵੇਂ ਪਾਤਸ਼ਾਹ ਵੇਲੇ ਦੋ ਢਾਡੀ ਆਏ, ਇਹਨਾਂ ਦਾ ਪਿੰਡ ਸੀ ਸੁਰ ਸਿੰਘ, ਜਿਹੜੇ ਮਾਝੇ ਦੇ ਰਹਿਣ ਵਾਲੇ ਨੂੰ ਪਤਾ ਹੋਣਾ। ਸੁਰ ਸਿੰਘ ਪਿੰਡ ਝਬਾਲ ਦੇ ਨੇੜੇ, ਜਿੱਥੇ ਭਾਈ ਬਿਧੀ ਚੰਦ ਜੀ ਸਨ। ਇਸੇ ਪਿੰਡ ਦੇ ਢਾਡੀ ਸਨ ਨੱਥਾ ਤੇ ਅਬਦੁੱਲਾ, ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ। ਇਹ ਦੋ ਭਰਾਵਾਂ ਨੇ ਵਾਰਾਂ ਗਾਈਆਂ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ 22 ਵਾਰਾਂ ਨੇ, ਮੈਂ ਹੁਣ ਅੱਜ ਥੋੜਾ ਜਿਹਾ ਅਰਜ਼ ਕਰਨੀ ਹੈ। ਇਹ 22 ਦੀਆਂ 22 ਵਾਰਾਂ ਦੋਨਾਂ ਢਾਡੀਆਂ ਨੇ ਮੇਰੇ ਸਤਿਗੁਰਾਂ ਨੂੰ ਅਕਾਲ ਤਖਤ ਸਾਹਿਬ ਵਾਲੀ ਜਿਹੜੀ ਖੁੱਲੀ ਥਾਂ ਅੱਗੇ ਹੈ, 2 ਮਹੀਨਿਆਂ ਵਿੱਚ 9 ਧੁਨਾਂ ਸਮੇਤ ਦੋਨਾਂ ਭਰਾਵਾਂ ਨੇ ਗਾਈਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋਏ, ਉਹਨਾਂ ਨੇ ਕਿ ਹਾਥੀ ਇਨਾਮ ਵਿੱਚ ਇਹਨਾਂ ਨੂੰ ਦਿੱਤਾ ਸੀ, ਢਾਡੀਆਂ ਨੂੰ। ਪਰ ਉਹਨਾਂ ਬੇਨਤੀ ਕੀਤੀ, ਮਹਾਰਾਜ ਕਿ ਅਸੀਂ ਆਪ ਦੀ ਸਿਫਤ ਕਰਨ ਵਾਲੇ ਹਾਂ, ਇਸ ਢਾਡੀ ਨੂੰ ਕਿਸ ਨੇ ਖਵਾਣਾ ਹੈ। ਮੇਰੇ ਕਹਿਣ ਤੋਂ ਮੁਰਾਦ ਢਾਡੀ ਆਏ, ਰਬਾਬੀ ਆਏ, ਅਜੇ ਮੈਂ ਰਾਗੀ ਸ਼ਬਦ ਦਾ ਜ਼ਿਕਰ ਨਹੀਂ ਕੀਤਾ। ਉਸ ਤੋਂ ਬਾਅਦ ਭਾਈ ਬਾਬਕ ਆਉਂਦਾ ਹੈ, ਛੇਵੇਂ ਪਾਤਸ਼ਾਹ ਵੇਲੇ ਜਿਹਨੇ ਰਬਾਬ ਨਾਲ ਕੀਰਤਨ ਕੀਤਾ, ਭਾਈ ਬਾਬਕ ਹੈ। ਉਸ ਤੋਂ ਬਾਅਦ ਦਸਮੇਸ਼ ਪਾਤਸ਼ਾਹ ਤੱਕ ਭਾਈ ਸੱਦੂ ਤੇ ਭਾਈ ਮੱਧੂ ਜੀ ਆਉਂਦੇ ਨੇ। ਇਹ ਗੁਰਬਾਣੀ ਦਾ ਕੀਰਤਨ ਕਰਦੇ ਨੇ, ਇਹ ਰਬਾਬੀ ਨੇ। ਮੈਂ ਆਪ ਨੂੰ ਤਾਂ ਅਰਜ਼ ਕੀਤੀ, ਤਾਂ ਇਹ ਵਿਸ਼ਾ ਰੱਖਿਆ ਸੀ, ਖਾਲਾ ਕਿ ਕੀਰਤਨ ਦਾ ਵਿਸ਼ਾ ਇੰਨਾ ਗਹਿਰਾ ਹੈ। ਮੇਰੀ ਬੇਨਤੀ ਸੁਣਿਓ ਕਿ ਜੋ ਗੁਰਮਤਿ ਦਾ ਸੰਗੀਤ ਹੈ, ਹੁਣੇ ਭਾਈ ਸਰਬਜੀਤ ਸਿੰਘ ਹੋਣਾ ਆਉਣਾ ਹੈ, ਉਹ ਬਹੁਤ ਮਾਹਿਰ ਨੇ ਹਰ ਚੀਜ਼ ਦੇ, ਰਾਗ ਦੇ, ਤਬਲੇ ਦੇ, ਸਤਾਰ ਦੇ ਜਾਂ ਤੰਤੀ ਸਾਜ਼ ਦੇ ਵੀ। ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਦੀ ਗੱਲ ਕਰੋਗੇ ਤੇ ਤੁਸੀਂ ਮੱਥਾ ਟੇਕ ਦਿਓਗੇ, ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਿਆ ਹੈ। ਪਰ ਮੈਨੂੰ ਇੱਕ ਗੱਲ ਦਾ ਖੇਦ ਹੈ, ਮੈਂ ਇਹ ਗੱਲ ਫਿਰ ਅੱਜ ਮੈਂ ਰਿਪੀਟ ਕਰਨ ਲੱਗਾ। ਅਸੀਂ ਇਮੋਸ਼ਨਲ ਹੋ ਕੇ ਕਹਿੰਦੇ हैं कि हम तो गुरु ग्रंथ साहिब को मानते हैं, बाहर जो सुनने ਨੂੰ ਮਿਲਦਾ ਹੈ। ਤੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਕੇ ਜਾਣੀ ਹੈ, ਪਲੀਜ਼ ਆਪਣੇ ਘਰਾਂ 'ਚ ਪੰਜਾਬੀ ਬੋਲਿਆ ਕਰੋ। ਜੇ ਪੰਜਾਬੀ ਨੂੰ ਭੁੱਲ ਗਏ ਨਾ, ਤੇ ਖਾਸ ਕਰਕੇ ਗੁਰਮੁਖੀ ਅੱਖਰਾਂ ਨੂੰ ਭੁੱਲ ਗਏ, ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਾਂਗੇ। ਅਸੀਂ ਪੰਜਾਬੀ ਬੋਲਣ 'ਚ ਬੜੀ ਖਿਚਖਿਚਾਹਟ ਮਹਿਸੂਸ ਕਰਨੇ। ਹੁਣ ਤੁਸੀਂ ਆਪ ਦੇਖੋ, ਨੈਗੇਟਿਵ ਨਾ ਲਿਜਾਇਆ ਜੇ, ਤੁਹਾਡੀ ਕਿੰਨੀ ਵੋਕੈਬਲਰੀ ਹੈ। ਆਪਾਂ ਜਿਹੜੇ ਘਰਾਂ 'ਚ ਬੋਲਨੇ, ਸਾਡੀ ਪੰਜਾਬੀ ਦੀ ਵੋਕੈਬਲਰੀ ਕਿੰਨੀ ਰਹਿ ਗਈ। ਜੇ ਤੁਸੀਂ ਇੱਕ ਕਾਗਜ਼ ਉੱਤੇ ਪੰਜਾਬੀ ਦੇ ਸ਼ਬਦ ਲਿਖੋ ਤੇ ਆਪਣੀ ਵੋਕੈਬਲਰੀ ਵੱਲ ਝਾਤੀ ਮਾਰਿਓ, ਮੇਰਾ ਨਹੀਂ ਖਿਆਲ ਕਿ ਕੋਈ ਬੰਦਾ 100 ਵੀ ਸ਼ਬਦ ਟੱਪ ਸਕੇ। ਇੰਨਾ ਕੁ ਕੋਸ਼ ਹੈ ਸਾਡਾ। ਇਹ ਜ਼ਬਾਨ ਮਾੜੀ ਨਹੀਂ, ਪੰਜਾਬੀ ਜ਼ਬਾਨ ਤਾਂ ਇੰਨੀ ਮਿੱਠੀ ਹੈ। ਗੱਲ ਹੋਰ, ਚਲੋ ਤੁਹਾਡੇ ਇੱਥੇ ਹਿੰਦੀ ਚੱਲਦੀ ਹੈ ਨਾ, ਹਿੰਦੀ ਦੇ ਨਾਲੋਂ ਪੰਜਾਬੀ ਸਿੱਖਣੀ ਬਹੁਤ ਸੌਖੀ ਹੈ। ਹਿੰਦੀ ਦਾ ਤੁਸੀਂ ਇੱਕ ਸੈਂਟੈਂਸ ਲਿਖੋ, ਉਹਦੇ ਸ਼ਬਦਾਂ ਵਿੱਚ ਅੱਧੇ ਅੱਧੇ ਅਕਸ਼ਰ ਆਉਣਗੇ। ਹੁਣ ਮੈਂ ਚਲੋ ਸ਼ਬਦ ਵਰਤਿਆ, ਸ਼ਬਦ, ਤੇ ਜਦੋਂ ਤੁਸੀਂ ਲਿਖੋਗੇ ਛੱਛਾ ਛਲਗਮ ਵਾਲਾ, ਅੱਧਾ ਬਾ ਤੇ ਦੱਦਾ ਸ਼ਬਦ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਬੱਬਾ ਅੱਧਾ ਹੁੰਦਾ ਹੀ ਨਹੀਂ, ਸਿੱਧਾ ਹੈ ਸੱਸਾ ਬੱਬਾ ਤੇ ਦੱਦਾ ਸ਼ਬਦ। ਹਾਂ, ਕੋਈ ਸ਼ਬਦ ਪੁਰਾਣੇ ਆਉਂਦੇ ਆ, ਜਿਵੇਂ ਕਿਰਪਾ, ਤੁਸੀਂ ਹਿੰਦੀ 'ਚ ਪੜੋਗੇ ਕਿਰਪਾ। ਮੈਂ ਬੇਨਤੀ ਕਰਾਂਗਾ ਕਿ ਗੁਰਮੁਖੀ ਇੰਨੀ ਸੌਖੀ ਹੈ ਸਿੱਖਣੀ, 35 ਅੱਖਰ ਨੇ ਸਾਡੇ। ਗੁਰਮੁਖੋ, ਇਹ ਪੰਜਾਬੀ ਮਾਂ ਬੋਲੀ, ਇੱਕ ਮੈਂ ਸਿਰਫ ਉਦਾਹਰਨ ਦੇ ਕੇ, ਬਲਰਾਜ ਸਾਹਨੀ ਦਾ ਨਾਂ ਤੁਸੀਂ ਸੁਣਿਆ ਹੋਣਾ, ਬੰਬੇ ਸਨ, ਪੰਜਾਬੀ ਸੀ ਨਾ। ਉਹਨੇ ਟੈਗੋਰ ਨੂੰ ਇੱਕ ਚਿੱਠੀ ਲਿਖੀ ਸੀ। ਉਸ ਚਿੱਠੀ ਵਿੱਚ ਉਹਨੇ ਲਿਖਿਆ ਸੀ ਟੈਗੋਰ ਸਾਹਿਬ ਨੂੰ ਕਿ ਮੈਂ ਉਰਦੂ ਵਿੱਚ ਲਿਖਾਂ ਜਾਂ ਅੰਗਰੇਜ਼ੀ ਵਿੱਚ ਲਿਖਾਂ, ਤੇ ਨਾਲ ਕਹਿ ਦਿੱਤਾ ਮੇਰੀ ਜਿਹੜੀ ਮਾਂ ਬੋਲੀ ਹੈ ਇਹ ਇੰਨੀ ਤਨਾੜ ਨਹੀਂ,
चल जो शब्द वरते। टैगोर साहब ने उसका उत्तर पता की दिता? बलराज साहनी नूं कहा जाता है, उन्हें लिखिया कि तुसी कहंदे हो अंग्रेजी विच लिखा, उर्दू विच लिखा, पर नाल कह दिता पंजाबी इन्नी तनाड़ नहीं। उन्होंने कहा जिस बोली विच गुरु नानक ने परमात्मा दे गीत गाए होण वो कदी गरीब नहीं हो सकती। ये बहुत अमीर है। तो मैं इस करके बेनती है कि प्लीज़ पंजाबी जरूर बोलिया करो तो गुरमुखी अखर जरूर सीखो। वेखो जिहड़ी अज मैं गल हुण आप नाल कर लगा, गुरु ग्रंथ साहिब दे विच एक भाई मरदाने नाल संबंधित शब्द ते दूसरे दो रबाबी जिन्हां दे बारे सरलेख है, राम कली की वार राय बलवंड तथा सतै दूम आखी। ये भी वो जिहड़े पाठ करते हैं उन्होंने समझ पैनी है। वाहिगुरू मैनू बख्श दे, दूजिया कहना पता नहीं की बोल गया मैं, तां मैनू वार वार साखी का सहारा लेना पै रहा है। ये वार गुरु ग्रंथ साहिब के रामकली राग विच है। कौन सन सत्ता ते बलवंड जी? तुसी कई बारी साखी सुनी होनी है। कुछ विद्वान कहते ने ये दोनों जिहड़े ने खडूर साहिब के वसनीक सन। कईयां ने मैकालफ ने लिखिया कि भाई मरदाना दे पुत्र ने, उन्हां दी अंश विचों ने, पर नहीं प्यारिओ, असल विच भाई मरदाना नाल सत्ते बलवंड दी बिल्कुल कुर्सी नहीं मिलती। जिहड़े भाई मरदाना साहब जी ने उन्हां दी गोत वखरी है, इन्हां दी वखरी है। सत्ता ते बलवंड जी कुछ कहंदे ने ये प्यो ते पुत्र सन, पर ज़्यादा जिहड़ा असी हिस्टरी विच पढ़िया ये दोनों भरा सन, सत्ता ते बलवंड। घर विच हालत कोई चंगी नहीं सी, गा लेंदे सन, सुर दी समझ सी, है मिरासी ही सन। पर धन गुरु अंगद देव जी दी चरण शरण विच आए, इन्हां ने गुरबाणी दा कीर्तन शुरू किया। इहदा मतलब ये लम्मा समा तक चले। जिहड़ी घटना वापरदी है, गुरु अर्जुन देव दे वेले तक सत्ता ते बलवंड दोनों भरा जिहड़े ने एक कीर्तन करते रहे। ये रबाबियां ने कीर्तन किया। ऐसा वक्त आया एक कीर्तन इन्ने कमाल दा करते सन कि संगत जिहड़ी है पूर्ण तौर ते टिक जाती सी। गुरु अर्जुन देव जदों गुरता गद्दी ते विराजमान होए, उन्हां दी आयु, उन्हां दी उम्र सिर्फ 18 साल दी सी। गुरु अर्जुन देव जिहड़े ने वो 18 साल उम्र दे सन जदों गुरता गद्दी ते विराजमान होए। 25 साल, तकरीबन 25 साल गुरु अर्जुन देव गुरता गद्दी ते विराजमान रहे, क्योंकि 43 साल की उम्र सी जदों गुरु अर्जुन देव जी नूं शहीद किया गया सी। 18 साल की उम्र एक। दूसरा, सके भरा वालों विरोध है। बाबा पिरथी चंद विरोध कर रहे हैं हजूर गुरु अर्जुन साहब महाराज जी का। जदों महाराज गुरता गद्दी ते विराजमान हुए तो बाबे पिरथी चंद ने अमृतसर जाके जो कुछ इन्हें किया वो कहण तो बाहर है। आप फिर भी शब्द सत्कार वाला वरत रहे हैं। उन्हें गुरु घर दे लंगर ते नाके ला दिते। जिन्नी रस्त जिन्ना पैसा आना पिरथी चंद अपने घर ले जाना, लंगर शक्ल ली संगत नूं गुरु अर्जुन देव दे घर भेज देना। हुण याद रखो, जे बाहरों रस्त ही नहीं आवेगी तो लंगर पक्केगा की। इत्थों तक समा आया कि गुरु अर्जुन देव सुक्का प्रसादा छक के भी विश्राम करते रहे। फिर बाबा बुढ़ा जी, भाई गुरदास साहब जी, अमृतसर विच एक गुरुद्वारा है पिपली साहिब के दर्शन किए होण। उन्होंने उत्थे फिर नाका ला के क्या संगत जी कि पिरथी चंद, बाबा पिरथी चंद ये झूठ फरेब कर रहा है। असल विच गद्दी दे वारस जिहड़े ने धन गुरु अर्जुन देव जी ने। भाई साहब भाई गुरदास साहब ने मीणियां दे नाम उपर एक वार उचारण की है। उन्हां दियां वारां विच एक वार है मीणियां दे नाम ते। मैं आप नूं बेनती करां, उस वक्त भेटावां इन्नियां नहीं सुणदियां, इन्हां रबाबियां नूं भी चुकिया गया। भाई सत्ता ते भाई बलवंड, आप थोड़ा जिहा टिका बनाओ। मैं उन्हां दी रचना विचों भी बेनती अज करके जानी है। इन्हां नूं इह कहा गया भी तुसीं कीर्तन करदे हो ते संगत आउंदी है, जे तुसीं कीर्तन करना बंद कर दिओ
ਤੇ ਗੁਰੂ ਅਰਜਨ ਦੇਵ ਦੇ ਕੋਲ ਕਿਸ ਨੇ ਆਉਣਾ ਹੈ। ਤੁਸੀਂ ਜਿੱਥੇ ਬੈਠੋਗੇ ਕੀਰਤਨ ਉੱਥੇ ਹੋ ਜਾਣਾ ਹੈ, ਉੱਥੇ ਸੰਗਤ ਆ ਜਾਣੀ ਹੈ। ਮੁੱਕਦੀ ਗੱਲ ਕੀ, ਇਹਨਾਂ ਦਿਨਾਂ ਦੇ ਵਿੱਚ ਭਾਈ ਸੱਤੇ ਦੀ ਬੇਟੀ ਦੀ ਸ਼ਾਦੀ ਦਾ ਸਮਾਂ ਆ ਗਿਆ। ਯਾਦ ਰੱਖਿਓ, ਬੇਟੀ ਕਈਆਂ ਨੇ ਭੈਣ ਲਿਖਿਆ, ਅਸਲ 'ਚ ਭਾਈ ਸੱਤੇ ਦੀ ਹੀ ਬੇਟੀ ਹੈ ਜਿਹਦੇ ਵਿਆਹ ਦੀ ਜ਼ਿਕਰ ਚੱਲਦਾ ਹੈ। ਉਹਦੀ ਸ਼ਾਦੀ ਦਾ ਵਿਆਹ ਦਾ ਵੇਲਾ ਆ ਗਿਆ। ਹੁਣ ਇਹਨਾਂ ਦੇ ਅੰਦਰ ਸੁਲਗ ਤਾਂ ਪਹਿਲਾਂ ਰਹੀ ਸੀ। ਇਹ ਤਿੰਨ ਗੱਲਾਂ ਮੇਰੀਆਂ ਪੰਜਾਬੀ ਚੇਤੇ ਰੱਖਿਓ। ਇੱਕ ਹੁੰਦਾ ਪਹਿਲਾਂ ਅੰਦਰ ਅੱਗ ਸੁਲਗਦੀ ਏ, ਉਦੋਂ ਬਾਅਦ ਭਖਦੀ ਏ, ਭਖਣ ਤੋਂ ਬਾਅਦ ਬਲਦੀ ਹੈ, ਤੇ ਬਲਣ ਤੋਂ ਬਾਅਦ ਚੌਥਾ ਕੰਮ ਕਰਦੀ ਏ, ਸਾੜਦੀ ਹੈ। ਮੈਂ ਚਾਰ ਸ਼ਬਦ ਵਰਤੇ ਨੇ, ਇਹ ਸਾਡੇ ਪਿੰਡਾਂ 'ਚ ਪੰਜਾਬ ਵਰਤਦੇ ਨੇ। ਪਹਿਲਾਂ ਅੰਦਰ ਸੁਲਗਦੀ ਹੈ, ਫੁਰਨਾ ਬਣਦਾ ਹੈ, ਅਸ਼ਰਦਾ ਦਾ ਬਣਦਾ ਹੈ। ਉਹ ਸੁਲਗਣ ਤੋਂ ਬਾਅਦ ਉਹ ਅੱਗ ਫਿਰ ਭਖਣ ਲੱਗ ਪੈਂਦੀ, ਤੇਜ਼ ਹੋ ਜਾਂਦੀ ਹੈ। ਜਿਵੇਂ ਇਹਨੂੰ ਬਾਹਰ ਦੀ ਉਦਾਹਰਨ ਲਵੋ, ਕਿਸੇ ਲੱਕੜ ਨੂੰ ਜਾਂ ਆਪਾਂ ਅੱਗ ਲਾਈਏ, ਪਹਿਲਾਂ ਐਸਤਾ ਐਸਤਾ ਸੁਲਗੇਗੀ, ਥੋੜੀ ਥੋੜੀ ਵਧੇਗੀ, ਇੱਕੋ ਦਮ ਹਵਾ ਦਾ ਝੋਕਾ ਆਏਗਾ, ਉਹ ਭਖਣ ਲੱਗ ਪਏਗੀ, ਤੇਜ਼ ਹੋ ਜਾਏਗੀ। ਭਖਣ ਤੋਂ ਬਾਅਦ ਫਿਰ ਭਾਂਬੜ ਬਲਣਗੇ ਉੱਚੇ ਉੱਚੇ। ਤੇ ਯਾਦ ਰੱਖੋ, ਜਦੋਂ ਭਾਂਬੜ ਬਲਣੇ ਸ਼ੁਰੂ ਹੋ ਜਾਣ ਉਦੋਂ ਸਾੜਾ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ, ਉਦੋਂ ਸੜਨਾ ਆਰੰਭ ਹੋ ਜਾਂਦਾ। ਇਹ ਬੰਦੇ ਦੇ ਅੰਦਰ ਦੀ ਅਵਸਥਾ ਹੈ। ਹਕੀਕਤ ਵਿੱਚ ਪਹਿਲਾਂ ਸਾਡਾ ਅੰਦਰ ਈਰਖਾ ਵਿੱਚ ਤੇ ਹੰਕਾਰ ਵਿੱਚ ਸੁਲਗਦਾ ਹੈ। ਇਸ ਗੱਲ ਨੂੰ ਸੁਣਿਓ, ਐਵੇਂ ਫੁਰਨੇ ਹੋਈ ਜਾਂਦੇ ਨੇ ਪੈਦਾ, ਜਿਹਦੇ ਨਾਲ ਨਫ਼ਰਤ ਪੈਦਾ ਹੋ ਜਾਏ। ਭਰਾਵਾਂ ਵਿੱਚ ਵੀ ਹੋ ਸਕਦਾ ਹੈ, ਪਿਓ ਪੁੱਤਰ ਵੀ ਹੋ ਸਕਦਾ ਹੈ, ਨੂੰਹ ਸੱਸ ਵਿੱਚ ਵੀ ਹੋ ਸਕਦਾ ਹੈ। ਪਹਿਲਾਂ ਥੋੜੀ ਥੋੜੀ ਅੱਗ ਸੁਲਗਦੀ ਹੈ, ਬੰਦਾ ਦੱਸਦਾ ਨਹੀਂ ਕਿਸੇ ਨੂੰ। ਉਦੋਂ ਬਾਅਦ ਫਿਰ ਜੇ ਕਿ ਨਾਲ ਹੋਰ ਮਿਲ ਜਾਏ, ਇਹ ਫਿਰ ਭਖਣ ਲੱਗ ਪੈਂਦੀ ਹੈ। ਕਿਉਂਕਿ ਜਿਹਦੇ ਨਾਲ ਵਿਰੋਧ ਹੋਵੇ ਉਹਦੇ ਬਾਰੇ ਕੋਈ ਚੁਗਲੀਆਂ ਕਰਨੀਆਂ ਸ਼ੁਰੂ ਕਰਦਾ। ਪਰਿਵਾਰ ਵਿੱਚ ਵੀ ਯਾਦ ਰੱਖਿਓ, ਇਹੋ ਜਿਹੇ ਬੰਦੇ ਤੁਹਾਨੂੰ ਹਰ ਸ਼ਹਿਰ ਵਿੱਚ ਮਿਲਣਗੇ, ਜਿਹੜੇ ਸੁਲਗਦੀ ਹੋਈ ਨੂੰ ਭਖਾ ਦਿੰਦੇ ਆ। ਅੱਗ ਅੰਦਰ ਹੈ ਨਫ਼ਰਤ ਦੀ, ਹੁਣ ਨਾਲ ਚੁਗਲੀਆਂ ਕਰਨ ਵਾਲੇ ਨੇ ਭਖਾ ਦਿੱਤੀ। ਜਦੋਂ ਅੰਦਰ ਅੱਗ ਭਖ ਗਈ, ਸਾੜਾ ਪੈਦਾ ਹੋ ਗਿਆ, ਫਿਰ ਉਹ ਮੱਚਦੀ ਹੈ, ਅੱਗ ਬਲਦੀ ਹੈ। ਫਿਰ ਬੰਦਾ ਜ਼ਬਾਨ ਤੋਂ ਬੋਲ ਵੀ ਬੋਲਦਾ ਹੈ, ਸੱਚੀ ਮੁੱਚੀ ਗਾਲਾਂ ਕੱਢਣ ਤੱਕ ਜਾਂਦਾ ਹੈ, ਮਾਰਨ ਤੱਕ ਜਾਂਦਾ ਹੈ। ਫਿਰ ਕਈ ਵਾਰੀ ਚੌਥਾ ਸਟੈਪ ਆਉਂਦਾ ਹੈ ਕਿ ਜਿਹੜਾ ਬੰਦਾ ਅੰਦਰੋਂ ਬਲਣ ਲੱਗ ਪਏ ਨਾ, ਕੁਝ ਦਿਨਾਂ ਬਾਅਦ ਉਹਦਾ ਅੰਦਰ ਗੁਣ ਆਪਣੇ ਆਪ ਹੀ ਸੜਨੇ ਸ਼ੁਰੂ ਹੋ ਜਾਂਦੇ ਆ। ਇਹ ਚਾਰ ਗੱਲਾਂ ਮੇਰੀਆਂ ਚੇਤੇ ਰੱਖਿਓ। ਅੰਗ ਅੱਗ ਉਹਨਾਂ ਦੇ ਅੰਦਰ ਸੁਲਗ ਲਈ ਸੀ। ਪਿਰਥੀ ਚੰਦ ਦੇ ਬੰਦਿਆਂ ਦੀ ਸੰਗਤ ਮਿਲ ਗਈ, ਇਹ ਭਖਣੀ ਸ਼ੁਰੂ ਹੋ ਗਈ। ਭਖਣ ਤੋਂ ਬਾਅਦ ਇਹ ਬਲ ਉੱਠੀ, ਜਦੋਂ ਬਲੀ ਤੇ ਅੰਦਰ ਜਦੋਂ ਸੜਨਾ ਸ਼ੁਰੂ ਹੋ ਗਿਆ, ਉਧਰੋਂ ਇਹਦੀ ਬੇਟੀ ਦੇ ਵਿਆਹ ਦਾ ਸਮਾਂ ਆ ਗਿਆ। ਇਹਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੀ ਮੇਰੀ ਬੇਟੀ ਦਾ ਵਿਆਹ ਹੈ। ਦੋਨੋਂ ਭਰਾ ਗਏ ਵੀ ਸਾਡੀ ਬੇਟੀ ਦਾ ਵਿਆਹ ਹੈ ਤੇ ਸਾਨੂੰ ਪੈਸੇ ਚਾਹੀਦੇ ਨੇ। ਅਜੇ ਮਹਾਰਾਜ, ਮੈਂ ਕਿਹਾ ਵੀ ਲੰਗਰ ਦੀ ਨਾਕਾਬੰਦੀ ਸੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਗੁਰੂ ਕੇ ਰਬਾਬੀਓ, ਸ਼ਬਦ ਗਾਵਣ ਹਾਰਿਓ, ਸ਼ਬਦ ਸੰਗਤ ਨੂੰ ਸੁਣਾਉਣ ਵਾਲਿਓ, ਤੁਸੀਂ ਭਰੋਸੇ ਯਕੀਨ ਤੇ ਜੀਓ। ਗੁਰੂ ਨਾਨਕ ਸਾਹਿਬ ਤੁਹਾਡੇ ਕਾਰਜ ਰਾਸ ਕਰਨਗੇ। ਮੈਂ ਇੱਕ ਪੱਖ ਨਹੀਂ ਰੱਖਣਾ, ਮੈਂ ਦੋਨੋਂ ਪੱਖ ਰੱਖਣੇ ਚਾਹਨਾ ਬਾਬਾ ਸੱਤਾ ਬਲਵੰਡ ਜੀ ਲਈ। ਇਹਨਾਂ ਕਿਹਾ, ਜੀ ਤੁਸੀਂ ਇੱਕ ਕੰਮ ਕਰੋ, ਜਿਹੜੀ ਚੜ੍ਹਤ ਤੁਹਾਨੂੰ ਆਉਂਦੀ ਹੈ, ਮਾਇਆ ਆਉਂਦੀ ਹੈ, ਇਹ ਸਾਰੀ ਇੱਕ ਦਿਨ ਦੀ ਚੜ੍ਹਤ ਜਾਂ ਗੋਲਕ ਕਹਿ ਲਓ, ਸਾਨੂੰ ਦੇ ਦਿਓ। ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ, ਨਹੀਂ, ਇਹ ਗੁਰੂ ਕੀ ਸੰਗਤ ਦੀ ਹੈ। ਕਹਿੰਦੇ ਨਹੀਂ ਜੀ। ਮਹਾਰਾਜ ਜੀ ਨੇ ਕਿਹਾ, ਚਲੋ ਠੀਕ। ਦੂਜੇ ਦਿਨ ਕੀ ਹੋਇਆ, ਬਾਰਿਸ਼ ਪੈ ਗਈ। ਰੱਬ ਦੀ ਕਰਨੀ, ਸੰਗਤ ਆਈ ਨਹੀਂ ਇੰਨੀ ਜ਼ਿਆਦਾ ਤੇ ਚੜ੍ਹਤ ਇੰਨੀ ਨਹੀਂ ਹੋਈ। ਤੇ ਉਹਨਾਂ ਦੋਨਾਂ ਭਰਾਵਾਂ ਨੂੰ ਮੈਂ ਬੇਨਤੀ ਕੀਤੀ, ਸੁਲਗ ਤਾਂ ਰਹੇ ਸਨ। ਉਹਨਾਂ ਦੋਨਾਂ ਭਰਾਵਾਂ ਨੇ ਕਹਿ ਦਿੱਤਾ, ਤੁਸੀਂ ਜਾਣ ਬੁੱਝ ਕੇ ਕੀਤਾ, ਸੰਗਤ ਨੂੰ ਰੋਕ ਦਿੱਤਾ ਤਾਂ ਸੰਗਤ ਨਹੀਂ ਆਈ। ਯਾਦ ਰੱਖੋ, ਜਦੋਂ ਬੰਦਾ ਅੰਦਰੋਂ ਧਾਰਨ ਕਰ ਲੈ ਮੈਂ ਝਗੜਾ ਕਰਨਾ ਹੀ ਕਰਨਾ ਹੈ, ਉਦੋਂ ਨਿੱਕੀ ਜਾਂ ਮੋਢਾ ਵੀ ਵੱਜ ਜਾਏ ਤੇ ਅਗਲਾ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕੀਤੀ ਹੈ। ਜਿਹੜਾ ਲੜਾਈ ਕਰਨ ਵਾਲਾ ਬੰਦਾ ਹੈ ਨਾ, ਉਹਨੂੰ ਸਿਰਫ ਬਹਾਨਾ ਚਾਹੀਦਾ ਹੈ। ਤੇ ਜਦੋਂ ਸੁਹਿਰਦਤਾ ਨਾਲ ਮਿੱਤਰਤਾ ਕਾਇਮ ਰੱਖਣੀ ਹੋਵੇ ਤੇ ਕਿਸੇ ਦੇ ਸ਼ਸਤਰ ਮਾਰਿਆ ਹੱਥ ਵੀ ਵੱਢਿਆ ਜਾਏ ਤਾਂ ਵੀ ਕਹਿੰਦੇ ਕੋਈ ਗੱਲ ਨਹੀਂ, ਤੂੰ ਮਹਿਸੂਸ ਨਾ ਕਰੀ, ਤੂੰ ਕਿਹੜਾ ਜਾਣ ਕੇ ਕੀਤਾ ਹੈ। ਉਹ ਇਹਦਾ ਮਤਲਬ ਉਹਨਾਂ ਦਾ ਅੰਦਰ ਪ੍ਰਪੇਅਰ ਸੀ ਝਗੜਾ ਕਰਨ ਲਈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਜਾਣ ਬੁੱਝ ਕੇ ਰੋਕ ਦਿੱਤਾ। ਹੋਇਆ ਕੀ ਜੀ, ਸਤਿਗੁਰਾਂ ਨੇ ਸਮਝਾਇਆ, ਪਰ ਇਹ ਦੂਜੇ ਦਿਨ ਕੀਰਤਨ ਕਰਨ ਨਹੀਂ ਆਏ। ਇਸੇ ਤਰ੍ਹਾਂ ਸੰਗਤ ਬਹੁਤ ਇਕੱਠੀ ਹੋਈ।
ਕੀਰਤਨ ਕਰਨ ਨਹੀਂ ਆਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਬੈਠੇ ਨੇ, ਪੁੱਛਿਆ ਰਬਾਬੀ ਨਹੀਂ ਆਏ, ਸਿੱਖ ਨੂੰ ਭੇਜਿਆ। ਇਹਨਾਂ ਦਾ ਘਰ ਜਿਹੜੇ ਅੰਮ੍ਰਿਤਸਰ ਗਏ ਹੋਣਗੇ, ਭਾਈ ਸਾਲੋ ਦਾ ਇੱਕ ਟੋਬਾ ਹੈ, ਮੈਂ ਨਾ ਸਾਰੇ ਗਿਣੀ ਜਾਣਾ, ਜਦੋਂ ਜਾਓਗੇ ਤੇ ਦਰਸ਼ਨ ਕਰਿਓ। ਭਾਈ ਸਾਲੋ ਗੁਰੂ ਕਾ ਕੋਤਵਾਲ ਕਿਹਾ ਜਾਂਦਾ ਸੀ, ਇਹਦਾ ਟੋਬਾ ਹੈ। ਇਹਦੇ ਪਾਸੇ ਕਹਿੰਦੇ ਨੇ ਇਹਨਾਂ ਦਾ ਘਰ ਸੀ। ਸਿੱਖ ਬੁਲਾਉਣ ਵਾਸਤੇ ਗਏ ਜੀ ਭਾਈ ਬਲਵੰਡ ਜੀ ਨੂੰ, ਭਾਈ ਸੱਤਾ ਜੀ ਨੂੰ, ਆਓ ਕੀਰਤਨ ਕਰੋ। ਕਹਿਣ ਲੱਗੇ ਅਸੀਂ ਕੀਰਤਨ ਕਰਨ ਨਹੀਂ ਜਾਣਾ, ਜਵਾਬ ਦੇ ਦਿੱਤਾ। ਦੂਜੀ ਵਾਰੀ ਫਿਰ ਸਿੱਖ ਭੇਜੇ, ਨਹੀਂ ਗਏ। ਸੰਗਤ ਇਕੱਠੀ ਹੋ ਗਈ, ਕੀਰਤਨ ਕਰਨ ਵਾਲਾ ਕੋਈ ਨਹੀਂ। ਉਸ ਵਕਤ ਫਿਰ ਧੰਨ ਗੁਰੂ ਅਰਜੁਨ ਦੇਵ ਆਪ ਚੱਲ ਕੇ ਗਏ। ਕਦੀ ਦੇਖੋ, ਇਹੀ ਤਾਂ ਇੱਕ ਹੈ। ਗੁਰੂ ਅਰਜੁਨ ਦੇਵ ਬਚਨ ਕਰਦੇ ਆ, ਜਿਹੜਾ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖੇਗਾ ਉਹ ਸਭ ਤੋਂ ਉੱਚਾ ਹੋਵੇਗਾ। ਜਿਹੜਾ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਭਲਾ ਭਲਾ ਕਹੀ ਜਾਏ, ਦੂਜਿਆਂ ਨੂੰ ਮਾੜਾ ਕਹੀ ਜਾਏ, ਉਹ ਜ਼ਿੰਦਗੀ ਵਿੱਚ ਕਦੀ ਉੱਚਾ ਨਹੀਂ ਉੱਠ ਸਕਦਾ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਦੇਖੋ ਗੁਰੂ ਅਰਜੁਨ ਦੇਵ ਸ਼ਬਦ ਦੇ ਬਾਣੀ ਦੇ ਬੋਹਿਤ, ਸੱਚ ਸਿਰਜਣਹਾਰਾ, ਪ੍ਰਤੱਖ ਹਰ, ਧੰਨ ਗੁਰੂ ਅਰਜੁਨ ਦੇਵ ਆਪ ਚੱਲ ਕੇ ਗਏ। ਇਹਨਾਂ ਦੇ ਬੂਹੇ ਅੱਗੇ ਖਲੋ ਕੇ ਆਵਾਜ਼ ਦਿੱਤੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਆਓ ਅਸੀਂ ਤੁਹਾਨੂੰ ਲੈਣ ਆਏ ਹਾਂ। ਬੱਚੀ ਦਾ ਵਿਆਹ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਕਾਰਜ ਰਾਸ ਹੋਵੇਗਾ। ਦਰਵਾਜ਼ਾ ਖੋਲੋ, ਸਾਡੇ ਨਾਲ ਚੱਲੋ, ਸੰਗਤ ਤੁਹਾਡੀ ਇੰਤਜ਼ਾਰ ਕਰ ਰਹੀ ਹੈ, ਕੀਰਤਨ ਕਰੋ। ਉਹਨਾਂ ਨੇ ਜਿਹੜੇ ਸ਼ਬਦ ਕਹੇ, ਮੇਰੀ ਜ਼ਬਾਨ ਕੰਬਦੀ ਹੈ। ਮੈਂ ਹੁਣ ਨਾਲ ਦੂਜਾ ਪੱਖ ਵੀ ਰੱਖਣਾ। ਗੁਰੂ ਬੜਾ ਬਖਸ਼ਿੰਦ ਹੈ, ਬੋਲੇ ਨਹੀਂ ਪਹਿਲਾਂ। ਹਜ਼ੂਰ ਨੇ 2-3 ਵਾਰ ਕਿਹਾ, ਅੰਦਰੋਂ ਆਵਾਜ਼ ਆਈ, ਅੱਜ ਤੋਂ ਬਾਅਦ ਅਸੀਂ ਤੁਹਾਡੇ ਕੋਲ ਕੀਰਤਨ ਨਹੀਂ ਕਰਨਾ। ਅੱਗੋਂ ਫਿਰ ਬੋਲਣ ਲੱਗੇ, ਅੱਜ ਹੀ ਪਤਾ ਲੱਗ ਗਿਆ ਅਸੀਂ ਕੀਰਤਨ ਕਰਨੇ ਆ ਤੇ ਸੰਗਤ ਇਕੱਠੀ ਹੁੰਦੀ ਹੈ। ਜਿੱਥੇ ਮਰਜ਼ੀ ਕੀਰਤਨ ਕਰਾਂਗੇ, ਸੰਗਤ ਉੱਥੇ ਇਕੱਠੀ ਹੋ ਜਾਏਗੀ, ਅਸੀਂ ਗੁਰੂ ਵੀ ਬਣਾ ਸਕਨੇ ਖਾਂ। ਚਲੋ ਇੰਨੀਆਂ ਗੱਲਾਂ ਕਹੀ ਗਏ, ਮਹਾਰਾਜ ਨਿਮਰਤਾ 'ਚ ਸੁਣੀ ਗਏ। ਗਰੀਬੀ ਗਦਾ ਹਮਾਰੀ ਵਾਲਾ ਸਤਿਗੁਰੂ, ਉਹ ਬੰਦੇ ਵੱਧਦੇ ਇੱਥੋਂ ਤੱਕ ਪਹੁੰਚ ਗਏ। ਉਹਨਾਂ ਸ਼ਬਦ ਕਹਿ ਦਿੱਤਾ, ਜੀ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ ਜੇ ਮਰਦਾਨਾ ਰਬਾਬ ਨਾ ਵਜਾਂਦਾ ਤਾਂ। ਇਹ ਸ਼ਬਦ ਸੁਣ ਦੀ ਦੇਰ ਸੀ। ਭਾਈ ਮਰਦਾਨਾ ਤਾਂ ਮੁਹੱਬਤ ਹੀ ਬੜੀ ਕਰਦੇ ਨੇ, ਆਪਾਂ ਵਾਚੇ ਕਿ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ। ਜਦੋਂ ਨਿੰਦਿਆ ਤੇ ਬੋਲ ਕਹੇ ਤੇ ਗੁਰੂ ਅਰਜੁਨ ਦੇਵ ਜੀ ਦੇ ਮੁਖ ਚੋਂ ਸੁਭਾਵਕ ਹੀ ਇਹ ਸ਼ਬਦ ਨਿਕਲ ਆਇਆ। ਕਹਿਣ ਲੱਗੇ ਇਹ ਫਿੱਟ ਗਏ ਨੇ। ਦੇਖੋ ਸ਼ਬਦ ਸੁਭਾਵਕ ਮੈਂ ਕਿਹਾ, ਇਹ ਫਿੱਟ ਗਏ ਨੇ, ਫਿੱਟ ਗਏ ਨੇ। ਅਸੀਂ ਚਲੋ ਆਪ ਕੀਰਤਨ ਕਰਾਂਗੇ। ਨਾਲ ਕਿਹਾ ਕਿ ਜਿਹੜਾ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਅਸੀਂ ਆਏ ਸਾਂ, ਸਾਨੂੰ ਜੋ ਮਰਜ਼ੀ ਬੋਲ ਦਿੰਦੇ, ਜੋ ਮਰਜ਼ੀ ਲਫ਼ਜ਼ ਕਹਿੰਦੇ, ਪਰ ਤੁਸੀਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਖੁਦ ਕਹਿੰਦੇ ਆ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਬਾਰੇ ਹਜ਼ੂਰ ਕੇ ਬਚਨ ਕਰਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਦੇ ਬਚਨ ਨੇ, ਧਰਨ ਸਵੰਨੀ ਖੜ ਰਤਨ ਜੁੜਾਵੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜਦੋਂ ਇਹ ਹਜ਼ੂਰ ਦੇ ਸੰਬੰਧ ਵਿੱਚ ਕਿਹਾ, ਮਹਾਰਾਜ ਆ ਗਏ। ਗੁਰਮੁਖੋ, ਉੱਥੇ ਫਿਰ ਸਤਿਗੁਰੂ ਨੇ ਰਬਾਬ ਦੀ ਥਾਂ ਤੇ ਇੱਕ ਨਵਾਂ ਸਾਜ਼ ਪ੍ਰਚਲਿਤ ਕੀਤਾ। ਇਹ ਬੇਨਤੀ ਸੁਣਿਓ, ਪਹਿਲਾਂ ਰਬਾਬ ਹੈ, ਰਬਾਬ ਬਾਅਦ ਵਿੱਚ ਵੀ ਵੱਜਦੀ ਰਹੀ। ਫਿਰ ਸਤਿਗੁਰਾਂ ਨੇ ਸਰੰਦਾ ਤਿਆਰ ਕਰਵਾਇਆ। ਇਹ ਸਰੰਦਾ ਗੁਰੂ ਅਰਜੁਨ ਦੇਵ ਨੇ ਆਪ ਵਜਾਇਆ। ਇਹ ਵੀ ਸਾਜ਼ ਤੰਤੀ ਹੈ। ਮਹਾਰਾਜ ਨੇ ਆਪ ਸਰੰਦਾ ਵਜਾਇਆ। ਉਸ ਤੋਂ ਬਾਅਦ ਸਿੱਖਾਂ ਨੂੰ ਕਿਹਾ, ਆਓ ਭਾਈ ਝਾੜੂ, ਭਾਈ ਮੁਕੰਦਾ,
ਇਹ ਭਾਈ ਬੂਲਾ, ਭਾਈ ਪਾਦਾ, ਹਜ਼ੂਰ ਨੇ ਕਿਹਾ ਪਕੜੋ ਸਾਂਝ, ਤੁਸੀਂ ਕੀਰਤਨ ਕਰੋ। ਉਸ ਦਿਨ ਬਚਨ ਕੀਤਾ, ਅੱਜ ਤੱਕ ਰਬਾਬੀ ਕੀਰਤਨ ਕਰਦੇ ਨੇ, ਅੱਜ ਤੋਂ ਬਾਅਦ ਸਿੱਖੋ ਕੀਰਤਨ ਵੀ ਤੁਹਾਡੀ ਝੋਲੀ ਵਿੱਚ ਪਵਾ ਦਿੱਤਾ। ਮੇਰੇ ਕੀਰਤੀ ਸਿੱਖ ਕੀਰਤਨ ਕਰਨਗੇ। ਯਾਦ ਰੱਖੋ, ਉਦੋਂ ਫਿਰ ਰਾਗੀ ਸ਼ੁਰੂ ਹੁੰਦੇ ਨੇ। ਮੈਂ ਬੇਨਤੀ ਕੀਤੀ, ਰਬਾਬੀ ਆ ਜਿਹੜਾ ਆਪ ਜੀ ਅੱਜ ਕੀਰਤਨ ਕਰ ਰਹੇ ਹੋ, ਆਪ ਜੀ ਦੇ ਬੱਚੇ ਕੀਰਤਨ ਕਰਦੇ ਆ, ਬੱਚੀਆਂ ਕੀਰਤਨ ਕਰਦੀਆਂ ਨੇ, ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦੇਣ ਹੈ। ਮਹਾਰਾਜ ਜੀ ਨੇ ਕੀਰਤਨ ਸਿੱਖਾਂ ਨੇ ਸ਼ੁਰੂ ਕਰ ਦਿੱਤਾ ਜੀ। ਫਿਰ ਗੁਰੂ ਅਰਜਨ ਦੇਵ ਦੀ ਬਖਸ਼ਿਸ਼ ਹੋਵੇ। ਸਮਾਂ ਲੰਘ ਗਿਆ, ਮੈਂ ਗੱਲ ਜ਼ਿਆਦਾ ਲਮਕਾਵਾਂਗਾ ਨਹੀਂ। ਇਹ ਦੋਨੋਂ ਭਰਾ ਜਦੋਂ ਪਤਾ ਲੱਗ ਗਿਆ ਜੀ ਇਹ ਤਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ। ਯਾਦ ਰੱਖੋ, ਸਿੱਖ ਪਿੰਡੇ ਤੇ ਸਭ ਕੁਝ ਹੰਢਾ ਲਏਗਾ, ਗਰੀਬੀ ਨੂੰ, ਬਿਮਾਰੀ ਨੂੰ, ਰੋਗ ਨੂੰ, ਆਪਣੀ ਨਿੱਜੀ ਬੇਇੱਜ਼ਤੀ ਤੱਕ ਵੀ ਬਰਦਾਸ਼ਤ ਕਰ ਜਾਂਦਾ ਹੈ। ਪਰ ਜਦੋਂ ਇਹਦੇ ਗੁਰੂ ਬਾਰੇ ਕੋਈ ਅਪਮਾਨਜਨਕ ਸ਼ਬਦ ਬੋਲਦਾ ਹੈ ਨਾ, ਮਰ ਜਾਂਦਾ ਹੈ, ਪਰ ਗੁਰੂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ। ਤੇ ਇਹ ਸਿੱਖ ਨੂੰ ਗੁਰੂ ਨੇ ਦਾਤ ਦਿੱਤੀ। ਜਦੋਂ ਪਤਾ ਲੱਗਾ ਵੀ ਇਹਨਾਂ ਨਿੰਦਿਆ ਕੀਤੀ ਤੇ ਮਹਾਰਾਜ ਨੇ ਕਿਹਾ ਕੋਈ ਮੇਰਾ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਪਿਆਰੋ, ਸੱਚੀ ਗੱਲ ਜੇ, ਦੋਨੋਂ ਭਰਾ ਘਰ ਬੈਠੇ ਨੇ, ਕੋਈ ਮਿਲਣ ਵਾਸਤੇ ਨਹੀਂ ਆਉਂਦਾ। ਜਦੋਂ ਬਾਹਰ ਕਿਤੇ ਨਿਕਲਦੇ ਨੇ, ਸਿੱਖ ਪਰਦੇ ਕਰ ਲੈਂਦੇ ਨੇ। ਸੱਚ ਇਹ ਵੀ ਆਪਣੇ ਬੂਹੇ ਬੰਦ ਕਰ ਲੈਂਦੇ ਨੇ। ਹੁਣ ਕੋਈ ਕੀਰਤਨ ਨਹੀਂ ਸੁਣ ਰਿਹਾ। ਇੱਥੇ ਮੈਂ ਇੱਕ ਆਪ ਨੂੰ ਬੇਨਤੀ ਕਰ ਲੱਗਾ, ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਰਾਗ ਦਾ ਹੁਨਰ ਹੋਣਾ ਬੜੀ ਵੱਡੀ ਗੱਲ ਹੈ। ਗੁਰਬਾਣੀ ਕੰਠ ਹੋਣੀ ਇਹ ਵੀ ਬੜੀ ਵੱਡੀ ਗੱਲ ਹੈ। ਤੇ ਸਾਜ਼ ਨੂੰ ਵਜਾਣਾ ਇਹ ਵੀ ਬੜੀ ਮਿਹਨਤ ਹੈ। ਸਭ ਕੁਝ ਹੋਣ ਦੇ ਬਾਵਜੂਦ ਜੇ ਗੁਰੂ ਕਿਰਪਾ ਨਾ ਹੋਵੇ ਤੇ ਕੁਝ ਵੀ ਫਲੀਭੂਤ ਨਹੀਂ ਹੁੰਦਾ। ਕੀ ਭਾਈ ਸੱਤਾ ਬਲਵੰਡ ਜੀ ਨੂੰ ਆਸਾਂ ਕੀ ਵਾਰ ਭੁੱਲ ਗਈ ਸੀ? ਕੀ ਉਹਨਾਂ ਨੂੰ ਰਬਾਬ ਵਜਾਣੀ ਭੁੱਲ ਗਈ ਹੈ? ਗੁਰਮੁਖੋ, ਕੀ ਉਹਨਾਂ ਨੂੰ ਪੜਤਾਲਾਂ ਗਾਉਣੀਆਂ ਭੁੱਲ ਗਈਆਂ ਨੇ? ਕੀ ਉਹਨਾਂ ਨੂੰ ਅਲਾਪ ਕਰਨਾ ਭੁੱਲ ਗਿਆ? ਰਾਗ ਦਾ ਹੁਨਰ ਵੀ ਹੈ, ਸਾਜ਼ ਦਾ ਹੁਨਰ ਵੀ ਹੈ, ਆਵਾਜ਼ ਵੀ ਹੈ, ਅੰਦਾਜ਼ ਵੀ ਹੈ, ਪਰਵਾਜ਼ ਵੀ ਹੈ। ਪਰ ਅਸਲ 'ਚ ਜਿਹੜਾ ਮਿਹਰਾਂ ਦਾ ਦਾਤਾ ਸੀ ਨਾ, ਉਹਨੇ ਅੰਦਰੋਂ ਉਹਦੇ ਨਾਲੋਂ ਕਨੈਕਸ਼ਨ ਟੁੱਟ ਗਿਆ ਤੇ ਸਭ ਕੁਝ ਹੀ ਵਿਅਰਥਾ ਹੋ ਗਿਆ ਹੈ। ਇੱਥੇ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣਾ। ਜਦੋਂ ਸਾਡੇ ਅੰਬ ਪੱਕਦੇ ਨਾ ਜੀ ਸਾਉਣ ਦੇ ਮਹੀਨੇ 'ਚ, ਹੁਣ ਤਾਂ ਚਲੋ 12 ਮਹੀਨੇ ਚੱਲਦੇ ਨੇ, ਉਂਝ ਵੈਸੇ ਯਾਦ ਰੱਖਿਓ ਬਿਮਾਰੀਆਂ ਦਾ ਕਾਰਨ ਵੀ ਇਹ ਵੇ ਕਿ ਅਸੀਂ ਬੇਮੌਸਮੀਆਂ ਚੀਜ਼ਾਂ ਖਾਂਦੇ ਹਾਂ। ਜੋ ਕੁਦਰਤ ਨੇ ਜਿਸ ਮੌਸਮ 'ਚ ਪੈਦਾ ਕੀਤੀ ਉਹ 'ਚ ਖਾਓ। ਕਦੀ ਤੁਸੀਂ ਦੇਖਿਓ, ਅੱਜ ਕੱਲ੍ਹ ਮੇਰਾ ਵਿਸ਼ਾ ਨਹੀਂ, ਕੋਈ ਮੈਂ ਡਾਕਟਰ ਨਹੀਂ, ਖੁਰਾਕ ਦੱਸਣੀ ਹੈ। ਜਦੋਂ ਅਸੀਂ ਕੁਦਰਤ ਨਾਲ, ਸਰੀਰ ਨਾਲ ਕੋਈ ਵੀ ਛੇੜਛਾੜ ਕਰਾਂਗੇ, ਉਹਦੇ ਵਿੱਚੋਂ ਬਿਮਾਰੀ ਜ਼ਰੂਰ ਜਨਮ ਲਏਗੀ। ਰੁੱਤ ਦੀ ਸਬਜ਼ੀ, ਰੁੱਤ ਦਾ ਫਲ। ਅੰਬ ਤੁਸੀਂ ਲੱਗੇ ਦੇਖੇ ਹੋਣੇ ਨੇ ਰੁੱਖਾਂ ਨਾਲ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ, ਜਦੋਂ ਅੰਦਰੋਂ ਕਿਰਪਾ ਮੁੱਕ ਜਾਏ ਨਾ, ਪਰ ਉਹ ਕਿਰਪਾ ਉਹ ਨਾ ਦੂਜੀ ਸਮਝੋ ਜਿਹੜਾ ਟੈਲੀਵਿਜ਼ਨ ਵਾਲਾ ਕਹਿੰਦਾ ਸਮੋਸਾ ਖਾਓ, ਰਸਗੁੱਲਾ ਖਾਓ, ਕਾਲੇ ਬਸਤਰ ਪਹਿਨੋ। ਉਹ ਮੈਨੂੰ ਹੁਣ ਡਰ ਲੱਗਣ ਲੱਗ ਪਿਆ। ਇੱਕ ਦਿਨ ਮੈਂ ਕਥਾ ਕੀਤੀ ਕਿਰਪਾ ਦੀ, ਉਹ ਮੇਰਾ ਸੱਜਣ ਸੀ ਪ੍ਰੇਮੀ ਬਾਹਰ, ਕਹਿੰਦਾ ਭਾਈ ਸਾਹਿਬ ਕੀ ਥਾ, ਮੈਂ ਤੁਹਾਡੀ ਸੁਣੀ, ਤੁਸੀਂ ਵਾਰ-ਵਾਰ ਕਿਰਪਾ ਕਹਿੰਦੇ, ਮੈਨੂੰ ਧਿਆਨ ਉਹਦਾ ਆਈ ਜਾਂਦਾ ਸੀ। ਇਹ ਕਿਰਪਾ ਗੁਰੂ ਬਖਸ਼ਿਸ਼ ਹੈ। ਉਹ ਅੰਬ ਦੇ ਟਾਹਣੀ ਨੂੰ ਫਲ ਲੱਗਾ ਹੈ, ਇੱਕ ਫਲ ਪੱਕ ਚੁੱਕਾ ਹੈ, ਉਹਦਾ ਰੰਗ ਲਾਲ ਹੋ ਗਿਆ, ਰਸ ਚੋਂਦਾ ਹੈ, ਤੇ ਦੂਸਰਾ ਉਹਦੇ ਨਾਲ ਹੀ ਟਾਹਣੀ ਦੇ ਫਲ ਅੰਬ ਦਾ ਲੱਗਾ ਹੈ, ਉਹਦਾ ਰੰਗ ਕਾਲਾ ਸ਼ਾਹ ਪੱਥਰ ਦੀ ਤਰ੍ਹਾਂ ਪੱਕਾ ਹੋ ਗਿਆ, ਪਰ ਲੱਗਾ ਟਾਹਣੀ ਨਾਲ ਹੀ ਹੈ। ਤਵਚਾ ਕਰਕੇ ਜਾਂ ਛਿੱਲੜ ਕਰਕੇ, ਮੈਂ ਬੇਨਤੀ ਕਰਾਂ ਛਾਲ ਕਰਕੇ, ਉਹ ਟਾਹਣੀ ਨਾਲ ਜੁੜਿਆ ਤੇ ਮਾਲੀ ਤੋੜਨ ਆ ਗਿਆ। ਕਬੀਰ ਸਾਹਿਬ ਜੀ ਨੇ ਸਮਝਾਇਆ, ਕਹਿਣ ਲੱਗੇ ਟਾਹਣੀ ਵੀ ਇੱਕ, ਰੁੱਖ ਵੀ ਇੱਕ, ਇੱਕ ਫਲ ਪੱਕ ਗਿਆ ਤੇ ਦੂਜਾ ਕਾਲਾ ਹੋ ਗਿਆ, ਉਹਦੇ ਅੰਦਰ ਰਸ ਵੀ ਨਹੀਂ ਭਰਿਆ, ਪੱਥਰ ਦੀ ਤਰ੍ਹਾਂ। ਉਹਨਾਂ ਪੁੱਛ ਲਿਆ ਮਾਲੀ ਨੂੰ, ਜੀ ਇਹ ਕੀ ਕਾਰਨ? ਦੋਨੋਂ ਛਿਲਕੇ ਕਰਕੇ ਤਾਂ ਫਲ ਰੁੱਖ ਦੀ ਟਾਹਣੀ ਨੂੰ ਲੱਗੇ, ਇੱਕ ਲਾਲ ਰਸ ਨਾਲ ਭਰਿਆ, ਦੂਜਾ ਕਾਲਾ ਕਿਉਂ? ਮਾਲੀ ਨੇ ਉੱਤਰ ਦਿੱਤਾ, ਜਿਹੜਾ ਕਾਲਾ ਪੈ ਗਿਆ, ਜਿੱਦਣ ਤੇਜ਼ ਹਵਾ ਆਈ ਸੀ ਉਦੋਂ ਅੰਦਰੋਂ ਇਹ ਟਾਹਣੀ ਨਾਲੋਂ ਅੰਦਰੋਂ ਟੁੱਟ ਚੁੱਕਾ ਹੈ।
बाहर छिल्लड़ करके जुड़िया, ਜਿਹੜੇ ਬਾਹਰੋਂ ਜੁੜੇ ਹੋਣ ਤੇ ਅੰਦਰੋਂ ਟੁੱਟ ਜਾਣ ਉਹਨਾਂ ਵਿੱਚ ਕਦੀ ਰਸ ਨਹੀਂ ਭਰਦਾ। ਯਾਦ ਰੱਖਿਓ, ਬਾਹਰੋਂ ਜਿੰਨੇ ਮਰਜ਼ੀ ਦਾਅਵੇ ਕਰੀਏ, ਜੇ ਅੰਦਰ ਨਹੀਂ ਥਾ। ਸੱਚੀ ਮਹਾਰਾਜ ਨੇ ਕਿਹਾ, ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਮ। ਮੁੱਕ ਦੀ ਗੱਲ ਕੀ ਜੀ, ਭੁੱਖ ਦੁੱਖ ਦੋਨਾਂ ਰਬਾਬੀਆਂ ਤੇ ਆ ਗਿਆ। ਉਸ ਤੋਂ ਬਾਅਦ ਇੱਕ ਭਾਣਾ ਹੋਰ ਵਾਪਰ ਗਿਆ, ਸਰੀਰ ਨੂੰ ਰੋਗ ਲੱਗ ਗਿਆ। ਕਈ ਸੱਜਣ ਪੱਕਾ ਰੋਗ ਕਹਿੰਦੇ ਆ। ਮੈਂ ਵੇਖੋ ਇੱਕ ਪੱਖ ਨਹੀਂ, ਨੈਗੇਟਿਵ ਨਹੀਂ ਮੈਂ ਕਹਿ ਰਿਹਾ, ਜੋ ਵਾਪਰਿਆ। ਹੁਣ ਕੋਈ ਮੂੰਹ ਨਹੀਂ ਲਾਂਦਾ, ਕੋਈ ਬੁਲਾਉਂਦਾ ਨਹੀਂ। ਅਖੀਰ ਤੇ ਇਹ ਲਾਹੌਰ ਗਏ। ਭਾਈ ਸਾਹਿਬ, ਭਾਈ ਲੱਦਾ ਜੀ ਬੜੇ ਪਰਉਪਕਾਰੀ ਸਨ। ਭਾਈ ਲੱਦਾ ਸਾਹਿਬ ਦੇ ਘਰ ਗਏ। ਉਹ ਪਹਿਲਾਂ ਤਾਂ ਮਿਲੇ ਨਹੀਂ, ਪਰਦਾ ਕਰਕੇ ਮਿਲੇ। ਪਰ ਗੁਰਮੁਖੋ ਯਾਦ ਰੱਖੋ, ਸਿੱਖ ਤੋਂ ਵੀ ਕੁਰਬਾਨ ਜਾਈਏ। ਉਹਨੇ ਆਪਣੇ ਆਪ ਨੂੰ ਨਸ਼ਰ ਕਰ ਲਿਆ, ਮੁਖ ਤੇ ਕਾਲਖ ਮਲੀ। ਸੱਚ ਐਵੇਂ ਕਿ ਪੁਰਾਣੇ ਕੱਪੜੇ ਪਾਏ, ਗਧੇ ਤੇ ਬੈਠ ਕੇ ਉਹ ਅੰਮ੍ਰਿਤਸਰ ਤੱਕ ਆਇਆ। ਅੱਗੇ ਅੱਗੇ ਢੋਲ ਵੱਜ ਰਿਹਾ ਸੀ, ਲਾਹੌਰ ਤੋਂ ਚੱਲਿਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਕਿਹਾ ਜੀ ਇਹ ਅੱਜ ਇਹ ਢੋਲ ਕਿਉਂ ਵੱਜ ਰਿਹਾ ਹੈ? ਜਿਹੜੇ ਸਿੱਖ ਬਾਹਰ ਗਏ, ਅੱਖਾਂ ਨੇਤਰ ਜਲਪੂਰ ਸਨ, ਵਾਪਸ ਆਏ। ਕਹਿਣ ਲੱਗੇ, ਮਹਾਰਾਜ ਭਾਈ ਲੱਦਾ ਜੀ ਆਏ ਨੇ। ਹਜ਼ੂਰ ਨੇ ਕਿਹਾ ਢੋਲ ਵਜਾਉਂਦੇ? ਉਹਨਾਂ ਦੱਸਿਆ, ਮਹਾਰਾਜ ਸੱਤਾ ਤੇ ਬਲਵੰਡ ਜੀ ਨਾਲ ਆਏ ਆ। ਹਜ਼ੂਰ ਨੇ ਕਿਹਾ ਪਤਾ ਨਹੀਂ ਉਹਨਾਂ ਨੂੰ ਕਿ ਜਿਹੜਾ ਲੈ ਕੇ ਆਏਗਾ, ਸਿਫਾਰਿਸ਼ ਕਰੇਗਾ, ਉਹਨੂੰ ਨਸ਼ਰ ਕੀਤਾ ਜਾਏਗਾ। ਸਿੱਖ ਬੈਰਾਗ ਚ ਆ ਕੇ ਕਹਿੰਦਾ, ਨਹੀਂ ਮਹਾਰਾਜ ਜੀ, ਉਹ ਤਾਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ ਹੈ। ਨਸ਼ਰ ਦਾ ਮਤਲਬ ਆਪ ਸਮਝ ਗਏ। ਧੰਨ ਗੁਰੂ ਅਰਜੁਨ ਦੇਵ ਆਪ ਗਏ। ਇਤਿਹਾਸ ਕਹਿੰਦਾ, ਭਾਈ ਲੱਦਾ ਸਾਹਿਬ ਜੀ ਵੱਲ ਦੇਖਿਆ, ਮੁੱਖ ਵਾਕਈ ਕਾਲਖ ਨਾਲ ਭਰਿਆ ਸੀ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਟੀਕਾ ਟਿੱਕੇ ਦੀ ਵਾਰ। ਕਦੀ ਉਹਨੂੰ ਧਿਆਨ ਨਾਲ ਉਹਦੀ ਉਥਾਨਕਾ ਪੜ੍ਹ ਕੇ ਦੇਖਿਓ, ਇੰਨਾ ਪਿਆਰ ਚ ਭੇਜ ਕੇ ਲਿਖਿਆ। ਮਹਾਰਾਜ ਕਹਿੰਦੇ ਨੇ, ਤੁਸੀਂ ਕਿੰਨਾਂ ਨੂੰ ਲੈ ਕੇ ਆਏ ਹੋ? ਸੱਤਾ ਬਲਵੰਡ ਦੋਨੋਂ ਭਰਾ ਖਲੋਤੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਹਾ ਕਿੰਨਾਂ ਨੂੰ? ਭਾਈ ਲੱਦਾ ਸਾਹਿਬ ਦੇ ਬੋਲ ਸੁਣਿਓ। ਕਹਿੰਦਾ, ਸਤਿਗੁਰੂ ਬਚਨ ਕਰਦੇ ਨੇ, ਸਤਿਗੁਰੂ ਤੇਰੇ ਘਰ ਚੋਂ ਫਿਟਕਿਆ ਹੋਇਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ ਵਾਂ। ਫਿਰ ਬੇਨਤੀ, ਵਕੀਲ ਬਣ ਕੇ ਆਇਆ। ਮਹਾਰਾਜ ਕਹਿੰਦੇ, ਤੁਹਾਨੂੰ ਪਤਾ ਹੈ ਇਹਨਾਂ ਨੇ ਕੀਤਾ ਕੀ? ਅੱਗੋਂ ਭਾਈ ਸਾਹਿਬ ਕਹਿੰਦੇ, ਸਤਿਗੁਰੂ ਤੁਸੀਂ ਸਾਡੇ ਔਗਣ ਗੁਨਾਹ ਨਾ ਦੇਖੋ, ਤੁਸੀਂ ਆਪਣੀ ਕਿਰਪਾ ਵੱਲ ਦੇਖੋ। ਕਿਉਂਕਿ ਤੁਹਾਡਾ ਬੋਲ ਹੈ, ਤੁਹਾਡੇ ਬਚਨ ਨੇ ਬਾਣੀ ਦੇ, ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਬਾਣੀ ਦੇ ਬੋਲ ਨੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ, ਰਾਮਈਆ ਕੋ ਬਾਰਕ ਤੇਰਾ, ਕਾਇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਪੀ ਚੀਤਨਾ ਰਾਖਸ ਮਾਇਆ। ਮਾਂ ਦਾ ਹਿਰਦਾ ਸਤਿਗੁਰੂ ਦਾ ਹਿਰਦਾ ਮਾਂ ਵਰਗਾ ਹੈ। ਤੁਸੀਂ ਬਾਣੀ 'ਚ ਇਹ ਬਚਨ ਕਹਿਆ ਸੱਚੇ ਪਾਤਸ਼ਾਹ ਕਿ ਜੈਸਾ ਬਾਲਕ ਪਾਏ ਸੁਪਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੈ, ਮਾਰਗ ਪਾਵੇ। ਗੁਰਮੁਖੋ, ਗੁਰੂਦੇਵ ਨੇ ਭਾਈ ਲੱਦਾ ਜੀ ਦਾ ਮੁਖ ਆਪ ਧੋਤਾ। ਕੱਪੜੇ ਪਾਟੇ ਪੁਰਾਣੇ ਪਾਏ ਸਨ। ਇਤਿਹਾਸ ਕਹਿੰਦਾ, ਆਪਣਾ ਚੋਲਾ ਮੰਗਾ ਕੇ ਭਾਈ ਲੱਦਾ ਜੀ ਨੂੰ ਪਹਿਨਾਇਆ। ਸੱਤਾ ਬਲਵੰਡ ਜੀ ਮਿਲੇ। ਮੈਂ ਹੁਣ ਇੱਥੇ ਦੂਜਾ ਪੱਖ ਰੱਖਣ ਲੱਗਾ, ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਹੈ, ਅੱਜ ਕੋਈ ਕੀਰਤਨੀਆ ਮੰਨ ਲਓ ਕੋਈ ਵੀ ਕਹੇ, ਮੈਂ ਵੀ ਹੋ ਸਕਣਾ, ਅਸੀਂ ਇੱਕੋ ਦਮ ਕਹਿੰਦੇ ਇਹ ਸੱਤਾ ਬਲਵੰਡ ਬਣ ਗਏ ਨੇ, ਇਹ ਹੰਕਾਰੀ ਹੋ ਗਏ ਨੇ। ਯਾਦ ਰੱਖਿਓ, ਗਲਤੀ ਜ਼ਿੰਦਗੀ 'ਚ ਹੋ ਗਈ, ਬੜੀ ਵੱਡੀ ਹੋਈ, ਪਰ ਜਦੋਂ ਵਾਪਸ ਆਏ ਤੇ ਗੁਰੂ ਨੇ ਇਹਨਾਂ ਕੋ ਘੁੱਟ ਕੇ ਸੀਨੇ ਨਾਲ ਲਾਇਆ। ਅੱਗੇ ਸਿਰਫ ਬਾਣੀ ਦੇ ਗਾਇਨ ਕਰਤਾ ਰਬਾਬੀ ਸਨ, ਹੁਣ ਬਾਣੀ ਦੇ ਉਚਾਰਨ ਕਰਤਾ ਵੀ ਬਣ ਗਏ। ਇਸ ਨੁਕਤੇ ਨੂੰ ਸੁਣਿਓ। ਅਸੀਂ ਇਹ ਨੁਕਤਾ ਤਾਂ ਭੁੱਲ ਜਾਂਦੇ ਆ, ਰੁੱਸ ਗਏ। ਮੈਂ ਵੀ ਸੁਣਾਇਆ ਕਿੰਨਾ ਸਮਾਂ ਰੁੱਸ ਗਏ। ਉਹ ਹੁਣ ਦੇਖੋ, ਜਦੋਂ ਬੰਦਾ ਰੁੱਸਣ ਤੋਂ ਬਾਅਦ ਵਾਪਸ ਆਉਂਦਾ ਹੈ, ਉਦੋਂ ਉਹਦੇ ਤੇ ਕਿਰਪਾ ਕੀ ਵਾਪਰ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਖ ਧੋਤਾ। ਦੋਨੋਂ ਭਰਾ ਧਾਈ ਕਰਕੇ ਗੁਰੂ ਅਰਜੁਨ ਦੇਵ ਦੇ ਚਰਨਾਂ 'ਚ ਡਿੱਗ ਪਏ।
ਹਜ਼ੂਰ ਨੇ ਕਿਹਾ ਜਿਸ ਜ਼ਬਾਨ ਦੇ ਨਾਲ ਗੁਰੂ ਨਿੰਦਿਆ ਕੀਤੀ ਹੈ, ਤੁਸੀਂ ਸਿਫਤ ਕਰੋਗੇ ਗੁਰੂ ਦੀ ਤੇ ਤੁਹਾਡੇ ਸਾਰੇ ਗੁਨਾਹ ਕੱਟੇ ਜਾਣਗੇ। ਦੋਨਾਂ ਭਰਾਵਾਂ ਨੇ ਇਸ਼ਨਾਨ ਕੀਤਾ। ਗੁਰਮੁਖੋ, ਭਾਈ ਸੱਤਾ ਤੇ ਭਾਈ ਬਲਵੰਡ ਜੀ, ਮੈਂ ਤਾਂ ਕਿਹਾ ਵੀ ਇਸ ਘਰ ਦੇ ਰਬਾਬੀ ਕੇਵਲ ਬਾਣੀ ਗਾਉਣ ਵਾਲੇ ਨਹੀਂ, ਜਦੋਂ ਗੁਰੂ ਮਿਹਰ ਕਰਦਾ ਤੇ ਕੀਰਤਨ ਕਰਨ ਵਾਲਿਆਂ ਨੂੰ ਬਾਣੀ ਦੇ ਉਚਾਰਨ ਕਰਤਾ ਬਣਾ ਦਿੰਦਾ ਹੈ। ਭਾਈ ਸੱਤਾ ਬਲਵੰਡ ਜੀ ਨੇ ਆਪਣੀ ਰਸਨਾ ਤੋਂ ਵਾਰ ਗਾਇਨ ਕੀਤੀ ਹੈ। ਜਿਹੜੀ ਵਾਰ ਦਾ ਪਾਠ ਅਸੀਂ ਰਾਮਕਲੀ ਰਾਗ ਵਿੱਚ ਕਰਨੇ, ਮੈਂ ਥੋੜੀ ਜਿਹੀ ਉਸ ਸੰਬੰਧੀ ਬੇਨਤੀ ਕਰਨੀ ਹੈ। ਭਾਈ ਸਾਹਿਬ ਆ ਚੁੱਕੇ ਨੇ। ਦੇਖੋ, ਇਹ ਵਾਰ ਦੀਆਂ 8 ਪੌੜੀਆਂ ਨੇ ਸੱਤਾ ਬਲਵੰਡ ਜੀ ਦੀਆਂ। ਇਹਦੇ ਵਿੱਚੋਂ ਬਲਵੰਡ ਜੀ, ਸੱਤਾ ਜੀ, ਅਖੀਰ ਵਾਲੀਆਂ ਜਿਹੜੀਆਂ 3 ਪੌੜੀਆਂ ਨੇ ਉਹ ਸੱਤਾ ਜੀ ਦੀਆਂ ਨੇ। ਉਹਨਾਂ ਨੇ 5 ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ ਹੈ। ਇਹ ਠੇਠ ਬੋਲੀ ਜਿਹੜੀ ਹੈ, ਇੱਕ ਤਾਂ ਡੂਮਾਂ ਦੀ ਬੋਲੀ ਹੈ, ਜੋ ਡੂਮ ਬੋਲਦੇ ਸਨ। ਖਾਸ ਕਰਕੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਨੇੜੇ ਜਿਹੜੀ ਬੋਲੀ ਬੋਲੀ ਜਾਂਦੀ ਸੀ, ਇਹ ਉਹ ਬੋਲੀ ਸੀ। ਹੁਣ ਦੇਖੋ ਇੱਕ ਇੱਕ ਗੁਰੂ ਜੀ ਬਾਰੇ ਕੀ ਕਹਿੰਦੇ ਆ। ਤੇ ਉਂਝ ਮੈਂ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ ਇਸ ਵਾਰ ਦਾ ਪਾਠ ਜ਼ਰੂਰ ਕਰਿਆ ਕਰੋ। ਭਾਈ ਹਰਬੰਸ ਸਿੰਘ, ਗਿਆਨੀ ਹਰਬੰਸ ਸਿੰਘ ਜੀ ਟੀਕਾ ਕਰੋ, ਕਹਿੰਦੇ ਨੇ ਜਿਸ ਬੰਦੇ ਨੂੰ ਸਕਿਨ, ਉਹਨਾਂ ਦਾ ਮੈਂ ਟੀਕੇ 'ਚ ਹਵਾਲਾ ਦੇ ਰਿਹਾ, ਜਿਸ ਬੰਦੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ ਉਹ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਨੂੰ ਭਾਵਨਾ ਸਹਿਤ ਪੜ੍ਹੇ, ਦਵਾਈ ਨਾਲ ਇਹ ਬਾਣੀ ਵੀ ਉਹਦੇ ਦੁੱਖ ਕੱਟ ਦਿੰਦੀ ਹੈ। 8 ਪੌੜੀਆਂ ਨੇ। ਹੁਣ ਤੁਸੀਂ ਦੇਖੋ, ਮੈਂ ਆਪ ਨੂੰ ਜਿਹੜੀ ਅਰਜ਼ ਕਰ ਲਗਾ, ਇਹ ਤਾਂ ਸਭ ਨੂੰ ਚੇਤੇ, ਇੱਥੋਂ ਤੱਕ ਜਿਸ ਬੰਦੇ ਨੇ ਕਦੀ ਵੀ ਬਾਣੀ ਨਹੀਂ ਪੜ੍ਹੀ ਉਹ ਵੀ ਸਾਨੂੰ ਉਲਾਮੇ ਦੇਣ ਲੱਗ ਪੈਂਦਾ। ਦੇਖੋ ਜੀ ਇਹਦੇ ਸੱਤਾ ਬਲਵੰਡ ਬਣ ਗਏ। ਅਗਲਾ ਪੁੱਛੇ ਤੂੰ ਬਾਣੀ ਪੜ੍ਹ ਕੇ ਦੇਖੀ ਉਹਨਾਂ ਦੀ? ਇਹ ਸ਼ੁਰੂ ਕਰਦੇ ਆ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਸ਼ੁਰੂ ਹੁੰਦੀ ਹੈ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸਤ ਭੈਣ ਭਾਰਾ ਵਖੈ, ਪਾਰੰਗਤ ਦਾਨ ਪੜੀਮਦੈ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਮਦੈ, ਲੈਣੇ ਧਰਿਓਨ ਛੱਤ ਸਿਰ। ਧਰਿਓਨ ਅੱਜ ਕੱਲ੍ਹ ਇਹ ਸ਼ਬਦ ਨਹੀਂ ਕੋਈ ਵਰਦਾ। ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮਦੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਐ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ, ਸਟਿਕਾ ਦਿਤੋਸ ਜੀਵਦੈ। ਆ ਸ਼ਬਦ ਪੁਰਾਣੇ ਨੇ ਜੀ। ਦਿਤੋਸ, ਲੈਣੇ ਧਰਿਓਨ। ਮੈਂ ਥੋੜੇ ਜਿਹੇ ਦੇ ਅਰਥ ਕਰ ਜਾਣਾ ਕਿਉਂਕਿ ਇਹ ਜ਼ਿਆਦਾ ਤੇ ਹੁਣ ਸਮਾਂ ਵੀ ਨਹੀਂ ਨਾ। ਜਿਹੜੀ ਜ਼ਬਾਨ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਹੈ, ਪਹਿਲੀ ਤੁਕ ਵਿੱਚ ਉਹਨਾਂ ਸਿਫਤ ਕੀਤੀ, ਮੇਰੇ ਗੁਰੂ ਨਾਨਕ ਸਾਹਿਬ ਜੀ ਤੇਰੇ ਨਾਮ ਨੂੰ, ਤੁਹਾਡੀ ਵਡਿਆਈ ਨੂੰ ਕਰਤਾ ਪੁਰਖ ਨੇ ਉੱਚੀਆਂ ਕੀਤਾ ਹੈ। ਕਿਸੇ ਬੰਦੇ ਕੋਲ ਕੋਈ ਜ਼ਬਾਨ ਤੇ ਸ਼ਬਦ ਬੋਲ ਨਹੀਂ ਕਿ ਆਪਣੀ ਜ਼ਬਾਨ ਦੇ ਸ਼ਬਦਾਂ ਨਾਲ ਤੇਰੀ ਵਡਿਆਈ ਨੂੰ ਤੋਲ ਸਕੇ। ਕੋਈ ਤੋਲ ਨਹੀਂ ਸਕਦਾ। ਤੁਸੀਂ ਕਿਰਪਾ ਕੀਤੀ। ਫਿਰ ਸੁਣ, ਨਾਉ ਕਰਤਾ ਕਾਦਰ ਕਰੇ, ਜਿਸ ਦੇ ਨਾਮ ਨੇ ਨੂੰ ਕਰਤਾ ਵੱਡਾ ਕਰਦਾ, ਕਿਉਂ ਬੋਲ ਹੋਵੇ ਜੋਖੀਮ ਦੇ, ਜੋਖਣਾ ਤੋਲਣਾ, ਉਹਦੇ ਬੋਲ ਨੂੰ ਕੋਈ ਤੋਲ ਨਹੀਂ ਸਕਦਾ। ਕਿਉਂ ਬੋਲ ਹੋਵੇ ਜੋਖੀਮ ਦੇ, ਦੇ ਗੁਣਾ ਸਤ ਭੈਣ ਭਰਾ ਵਗੈ, ਜਿਹੜੇ ਗੁਣ ਰੱਬ ਨੂੰ ਪਾਣ ਲਈ ਚਾਹੀਦੇ ਨੇ। ਮੇਰੇ ਗੁਰੂ ਨਾਨਕ ਸਾਹਿਬ, ਇਹ ਦੇਵੀ ਗੁਣ ਤਾਂ ਤੇਰੇ ਭੈਣ ਭਰਾ ਨੇ। ਦੇ ਗੁਣਾ ਸਤ ਭੈਣ ਭਰਾ ਵਗੈ, ਪਾਰੰਗਤ ਦਾਨ ਪੜੀਮਦੈ। ਅਗਲੀ ਉਹਨਾਂ ਨੇ ਪਹਿਲੀ ਗੱਲ ਕਹੀ, ਨਾਨਕ ਰਾਜ ਚਲਾਇਆ। ਕਿਉਂਕਿ ਢਾਡੀਆਂ ਦਾ ਸੰਬੰਧ ਹੁੰਦਾ ਹੈ, ਵਾਰਾਂ ਦਾ ਸੰਬੰਧ ਸੂਰਮਿਆਂ ਨਾਲ ਹੈ। ਉੱਥੇ ਉਹ ਕਹਿੰਦੇ ਨਾਨਕ ਰਾਜ ਚਲਾਇਆ ਸਚਕੋਟ ਸਟਾਣੀ ਨੀਮਦੈ, ਲੈਣੇ ਧਰਿਓਨ ਛੱਤ ਸਿਰ। ਬਾਬੇ ਲੈਣੇ ਦੇ ਸਿਰ ਦੇ ਉੱਤੇ ਰੂਹਾਨੀ ਛੱਤ ਰੱਖ ਦਿੱਤਾ। ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪ੍ਰਾਗੁਐ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੇ, ਸੈ ਟਿੱਕਾ ਦਿਤੋਸ ਜੀਵਦੈ। ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਸੈ ਟਿੱਕਾ ਦਿਤੋਸ ਜੀਵਨ ਦੇ, ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਈ ਖੱਟੀਐ, ਜੋ ਤੋਹਾ ਜੁਗਤ ਸਹਿ, ਸਹਿ ਕਾਇਆ ਫੇਰ ਪਲਟੀਐ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ, ਸਾਜੇ ਗੁਰ ਫਰਮਾਇਆ, ਕਿਉਂ ਏਦੂ ਬੋਲੋਂ ਖੱਟੀਐ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈ ਨੂੰ ਛੱਟੀਐ। ਉਹਨਾਂ ਨੇ ਉਹ ਵੀ ਜ਼ਿਕਰ ਕਰ ਦਿੱਤਾ। ਮੈਂ ਵਿੱਚੋਂ ਵਿੱਚੋਂ ਬੇਨਤੀ ਕਰ ਲੱਗਾ,
ਗੁਰੂ ਅੰਗਦ ਦੇਵ ਦੀ ਸਿਫਤ ਵਿੱਚ ਉਹਨਾਂ ਨੇ ਬਚਨ ਕੀਤੇ, ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਏ। ਆ ਹੈ ਗੁਰੂ ਕੇ ਰਬਾਬੀ। ਕਦੀ ਇਹ ਪੜ੍ਹ ਕੇ ਸੁਣਾਓ ਸੰਗਤ ਨੂੰ ਵੀ ਆਹ ਬਖਸ਼ਿਸ਼ ਹੋਈ ਉਹਨਾਂ ਤੇ। ਗੁਰੂ ਅੰਗਦ ਦੇਵ ਜੀ ਤੁਹਾਡੇ ਸੀਸ ਉੱਤੇ ਨੂਰ ਝੱਟਿਆ ਜਾਂਦਾ ਹੈ। ਹੋਵੇ ਸਿਫਤ ਕਿਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਕਿੱਡਾ ਪਿਆਰਾ ਬਚਨ। ਫਿਰ ਉਹਨਾਂ ਨੇ ਗੁਰੂ ਕੇ ਲੰਗਰ ਦਾ ਜ਼ਿਕਰ ਕੀਤਾ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਇਹਦਾ ਮਤਲਬ ਹੈ ਬਲਵੰਡ ਜੀ ਕਹਿ ਰਹੇ ਨੇ ਕਿ ਮਾਤਾ ਖੀਵੀ ਨੇਕ ਇਸਤਰੀ ਹੈ, ਅਨੇਕ ਔਰਤ ਚੰਗੀ ਔਰਤ ਹੈ, ਗੁਰੂ ਦੀ ਭਾਵਨਾ ਵਾਲੀ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ। ਉੱਥੇ ਲੰਗਰ ਦਾ ਜ਼ਿਕਰ ਕੀਤਾ ਵੀ ਖੀਰ ਵਿੱਚ ਘਿਓ ਪਾ ਕੇ ਵਰਤਾਇਆ ਜਾਂਦਾ। ਮੈਂ ਬੇਨਤੀ ਕਰਾਂ, ਆਪ ਨੂੰ ਪਤਾ ਹੋਣਾ ਹੈ ਕਿ ਗੁਰੂ ਸਾਹਿਬ ਕਰਤਾਰਪੁਰ ਤੋਂ ਆਏ ਜੋਤ ਲੈ ਕੇ। ਇੱਕ ਵਾਰੀ ਖਡੂਰ ਸਾਹਿਬ ਛੱਡ ਕੇ ਵੀ ਗਏ। ਜਦੋਂ ਤਪੇ ਸ਼ਿਵਨਾਥ ਨੇ ਕਿਹਾ ਜੀ ਗ੍ਰਿਸ਼ਤੀ ਨੂੰ ਬਾਹਰ ਕੱਢੋ ਤਾਂ ਮੀਂਹ ਪਏਗਾ। ਕੁਝ ਵਿਦਵਾਨ ਕਹਿੰਦੇ ਨੇ ਇਹ ਪੌੜੀ ਉਸ ਸੰਦਰਭ ਵਿੱਚ ਹੈ ਕਿ ਖਡੂਰ ਦੇ ਲੋਕ ਵਿਆਕਲ ਹੋ ਗਏ। ਫੇਰ ਵਸਾਇਆ ਫੇਰੂਵਾਨ ਸਤਿਗੁਰੂ ਖਡੂਰ। ਫੇਰੂਵਾਨ ਵੇਖੋ ਸ਼ਬਦ ਕਿੰਨੇ ਕਮਾਲ ਦੇ। ਇਹਦਾ ਸ਼ਬਦ ਆ ਭਾਈ ਸਾਹਿਬ ਬੈਠੇ ਆ, ਫੇਰ ਆਨ ਨਹੀਂ ਕਰਨਾ, ਔਂਕੜ ਬੋਲਣਾ ਹੈ, ਛੋਟੇ ਊ ਕੀ ਮਾਤਰਾ ਬੋਲਣੀ ਹੈ। ਫੇਰ ਆਣ ਕਰਾਂਗੇ ਦਾ ਅਰਥ ਹੋ ਗਿਆ ਦੁਬਾਰਾ। ਫੇਰੂ ਆਣ ਦਾ ਬਾਬਾ ਫੇਰੂ ਗੁਰੂ ਅੰਗਦ ਦੇਵ ਜੀ ਦੇ ਪਿਤਾ ਨੇ। ਫੇਰ ਵਸਾਇਆ ਫੇਰੂਵਾਨ ਸਤਿਗੁਰੂ ਖਡੂਰ, ਜਬ ਤਬ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਲੱਭ ਮਨਾਏ ਮਾਨਸਾ ਜਿਉ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨ ਲੱਭੀ ਤੂੰ ਓ ਠਰੂਰ, ਨੌਨਿਤ ਨਾਮ ਨਿਧਾਨ ਹੈ ਤੁਝ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਕਮਾਲ ਕਰ ਦਿੱਤੀ ਉਹਨਾਂ ਨੇ ਸ਼ਬਦਾਂ 'ਚ। ਹੁਣ ਅਗਲੀ ਬੇਨਤੀ ਮੈਂ ਕਰਾਂ। ਜਦੋਂ ਤੀਸਰੇ ਪਾਤਸ਼ਾਹ ਦਾ ਵੇਲਾ ਆਇਆ, ਹੁਣ ਇੱਥੇ ਇੱਕ ਤੁਕ ਮਿਲੇਗੀ ਭਾਈ ਸਾਹਿਬ, ਜਿੱਥੇ ਸੱਤਾ ਜੀ ਕਹਿੰਦੇ ਨੇ ਮੇਰੇ ਦਾਤਾ ਹੁਣ ਸਾਡੀ ਕੋਈ ਮੰਗ ਨਹੀਂ, ਇੰਨੇ ਪੈਸੇ ਦੇ, ਤੂੰ ਜੋ ਕੁਝ ਵੀ ਦੇ ਦੇਂਗਾ ਬਸ ਤੇਰੇ ਘਰੋਂ ਸ਼ਬਦ ਦੀ ਬਖਸ਼ੀਸ਼ ਹੀ ਚਾਹੀਦੀ ਹੈ। ਇਹ ਪੌੜੀ ਹੈ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਾ ਪਰਵਾਨ। ਇਹ ਥੋੜਾ ਜਿਹਾ ਧਿਆਨ ਨਾਲ ਸੁਣੋ ਇਸ ਗੱਲ ਨੂੰ। ਉਂਝ ਵੈਸੇ ਮੈਂ ਅੰਮ੍ਰਿਤ ਵੇਲੇ ਰੋਜ਼ ਖੰਕਾਰ 'ਚ ਨਹੀਂ, ਯਤਨ ਕਰਨਾ ਇਸ਼ਨਾਨ ਕਰਦੇ ਇਸ ਵਾਰ ਦਾ ਪਾਠ ਕਰਨਾ ਹੀ ਕਰਨਾ। ਸੋ ਟਿੱਕਾ, ਟਿੱਕਾ ਮੀਨਸ ਆ ਮੱਥੇ ਦਾ ਨੂਰ। ਟਿੱਕਾ ਦਾ ਅਰਥ ਮੱਥੇ ਦਾ ਨੂਰ। ਬਹਿਣਾ, ਬਹਿਣਾ ਦਾ ਅਰਥ ਹੈ ਤਖਤ। ਤੇ ਤੀਸਰਾ ਸ਼ਬਦ ਹੈ ਦੀਵਾਨ, ਦੀਵਾਨ ਦਾ ਅਰਥ ਹੈ ਦਰਬਾਰ। ਬਾਬਾ ਸੱਤਾ ਜੀ ਕਹਿ ਰਹੇ ਨੇ ਦੇਖੋ ਗੁਰੂ ਅਮਰਦਾਸ ਦੇ ਮੱਥੇ ਤੇ ਨੂਰ ਉਹ ਹੀ ਹੈ ਜੋ ਗੁਰੂ ਅੰਗਦ ਦੇਵ ਔਰ ਗੁਰੂ ਨਾਨਕ ਸਾਹਿਬ ਦੇ ਮੱਥੇ ਤੇ ਸੀ। ਉਹਨਾਂ ਦਾ ਤਖਤ ਵੀ ਵੈਸਾ ਜੈਸਾ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਦਾ। ਉਹਨਾਂ ਦਾ ਦਰਬਾਰ ਵੀ ਉਹ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਾ ਪਰਵਾਨ। ਪਹਿਲਾਂ ਪੋਤਾ ਹੁੰਦਾ, ਅਖੀਰ ਤੇ ਪੋਤਰਾ ਹੁੰਦਾ। ਇਹ ਮੈਂ ਕਿਉਂ ਆਪ ਜੀ ਨੂੰ ਰੋਕ ਕੇ ਬੇਨਤੀ ਕੀਤੀ। ਪਿਓ ਦਾਦਾ ਸਮਝਦੇ ਆ ਨਾ, ਪਿਓ ਦਾ ਅਰਥ ਬਾਪ ਪਿਤਾ ਜੀ, ਤੇ ਬਾਪ ਦਾ ਬਾਪ ਦਾਦਾ। ਸੁਣਿਓ ਇਸ ਨੁਕਤੇ ਨੂੰ। ਪਿਓ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਦੇ ਪਿਓ, ਤੇ ਦਾਦਾ ਗੁਰੂ ਨਾਨਕ ਸਾਹਿਬ ਜੀ। ਇਹ ਸਪਿਰਚੁਅਲ ਰੂਹਾਨੀ। ਉਂਝ ਗੁਰੂ ਅਮਰਦਾਸ ਦੇ ਪਿਤਾ ਦਾ ਨਾਮ ਬਾਬਾ ਤੇਜਭਾਨ ਹੈ। ਅਗਲੀ ਗੱਲ, ਗੁਰੂ ਅਮਰਦਾਸ ਤੋਂ ਗੁਰੂ ਅੰਗਦ ਦੇਵ 25 ਸਾਲ ਛੋਟੇ ਨੇ। ਗੁਰੂ ਅਮਰਦਾਸ 25 ਸਾਲ ਵੱਡੇ ਨੇ। ਕਦੀ 25 ਸਾਲ ਵੱਡੇ ਨੂੰ ਪੁੱਤਰ ਕਿਸੇ ਕਿਹਾ? ਆਹ ਵੇਖੋ, ਆਹ ਰਮਜ ਪਾਉਂਦੇ ਨੇ ਗੁਰੂ ਕੇ ਰਬਾਬੀ। ਉਹ ਕਹਿੰਦੇ ਨੇ ਇਸ ਘਰ ਦੇ ਵਿੱਚ ਉਮਰ ਨਹੀਂ ਦੇਖੀ ਜਾਂਦੀ। ਇੱਥੇ ਜਿਸ ਵੇਲੇ ਬੰਦਾ ਗੁਰੂ ਵਾਲਾ ਬਣ ਜਾਂਦਾ ਦਿਨ ਉਦੋਂ ਬਾਅਦ ਹੀ ਗਿਣੇ ਜਾਂਦੇ ਆ। ਦਾਦਾ ਗੁਰੂ ਨਾਨਕ ਸਾਹਿਬ, ਪਿਤਾ ਗੁਰੂ ਅੰਗਦ ਦੇਵ। ਤੁਸੀਂ ਜਿਹੜਾ ਕਹਿੰਦਾ ਨਾ ਸਾਇੰਟੀਫਿਕ ਗੱਲ ਕਰੋ, ਹੁਣ ਇੱਥੇ ਗੱਲ ਕੀ ਕਰ ਲਾਂਗੇ ਜੀ। 25 ਸਾਲ ਛੋਟਾ ਕਦੀ ਪਿਓ ਬਣਦਾ? ਬਾਣੀ ਤਾਂ ਕਹਿ ਰਹੀ ਹੈ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆ ਪੋਤਾ ਪਰਵਾਨ। ਉਹਦੇ ਵਿੱਚ ਇੱਕ ਬਚਨ ਕਰਦੇ ਨੇ ਗੁਰੂ ਅਮਰਦਾਸ ਬਾਰੇ।
घोड़ा कीतो सहज दा जत कीओ पलान, धन चढ़ायो सत जा जसंदा बान, कल भी तू अंधार सा चढ़िया रह भान, सतो खेत जमायो सतो शाबान, नित रसोई तेरी है घ्यो मैदा खान। ਇਹਦੇ ਵਿੱਚ ਕਹਿੰਦੇ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਤੁਸੀਂ ਜੋ ਦਿਓਗੇ ਉਹ ਸਾਨੂੰ ਬਖਸ਼ਿਸ਼ ਹੈ। ਗੁਰੂ ਅਮਰਦਾਸ ਦੀ ਸਿਫਤ ਕਰਨ ਤੋਂ ਬਾਅਦ ਫਿਰ ਬਾਬੇ ਸੱਤਾ ਜੀ ਦੇ ਅੰਦਰ ਧੁਰਕੀ ਬਾਣੀ ਆਈ। ਉਹਨਾਂ ਨੇ ਫਿਰ ਸ਼ਬਦ ਕਿਹਾ, ਅਗਲੀ ਪੌੜੀ ਹੈ ਉਹ ਤੁਸੀਂ ਸਾਰੇ ਬੋਲੋਗੇ। ਇੱਥੋਂ ਤੱਕ ਤਾਂ ਚਲੋ ਜਿਨ੍ਹਾਂ ਪੜ੍ਹੀ ਉਹੀ ਬੋਲਣਗੇ, ਸੋ ਟਿੱਕਾ ਸੋ ਬਹਿਣਾ। ਅਗਲੀ ਪੌੜੀ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। मैं तां कि सारे बोलोगे। वो सिखो, मैनू इस गल का दुख लगता है, कोई कीर्तनिया माड़ा जो करता नहीं। जे सत्ता बलवंड हो गए, याद रखियो भाई साहब दरबार साहब कीर्तन करते आ, एक तो दरबार साहब रोज आसा की वार रूटीन च हुंदी है। मेरा नहीं ख्याल कि कोई दिन ऐसा होवे जिदन भाई सत्ते दी पौड़ी नू रागी गांदे ना हो। हर रागी रोज गाई जाती है। ये गुरु के रबाबियां दी है। धन धन रामदास गुर जिन सिरिया तिने सवारिया, पूरी कोई करामात आप सिरजनहारै धारिया, सिखी अतै संगती पार ब्रह्म कर नमस्कारिया, अटल अथा अतोल तू तेरा अंत न पारा वारिया, जिनी तू सेविया भाओ कर से तुद पार उतारिया, लब लोभ काम क्रोध मोह मार कढे तू सा परवारिया, धन सो तेरा थान है डिठे सबे थाम, धन सो तेरा थान है सच तेरा पैसकारिया, नानक तू लहना तू है गुर अमर तू विचारिया, गुर डिठा ता मन साधारिया। इत्थे 7 पौड़ियां खत्म हो गई रामकली की वार दियां। हुण 8वीं पौड़ी है। देखो ये गुरु अर्जुन साहब की सिफत विच है। मैं कहना एदू वड्डी सिफत दे बोल सानू किते नहीं लभणगे। कभी मौका बनया, वैसे मैं वार की कथा कर चुका हाँ, फिर ही मेरी इच्छा भी एक बार दोबारा जरूर ये दर्शन करा। गुरु अर्जुन देव बैठे आ, अज रबाबी जिन्हां दे घर च गुरु अर्जुन देव गए शब्द गावन खा रहे हो, आओ अज गुरु अर्जुन देव सामने खलो कहते चारे जागे चौं जुगी। चारे पातशाह इन्हां तो पहला अपने समय होए, पंचायन आपे होवा। चारे जागे चौं जुगी पंचायन आपे होवा, आपी ने आप साजुन आपे ही थम खलोवा, आपे पट्टी कलम आप लिखन हारा होवा, सब उम्मत आवन जावनी आपे ही नवा निरोवा। कहते वाह वाह, कहते तख्त बैठा अर्जन गुरु। गुरमुखो इत्थे एक पाठ याद रखियो, इत्थे पाठ है अर्जन ऐड़ा रारा जज्जा ते नन्ना, ते भट्टा ने किते अर्जन नहीं लिखिया। उन्होंने ऐड़ा रारा जज्जे थले औंकड़ अर्जुन, वो अर्जुन ही बोलना है। तख्त बैठा अर्जुन गुरु सतगुर का खिवै चंदोवा। गुरु अर्जुन देव तख्ते बैठे ने ते चंदोवा चमक रहा है। उगवणो उगमणो जिदो सूरज उगदा है, तै आथवणो आ जिथे जिथे छिपदा है। वाह वाह, आ दसो गुरमुखो। कहते ने गुरु अर्जुन देव भुल गए सी, चढ़ते तो लैके लैंदे तक सारी दुनिया च तेरे वर्गा घर कोई नहीं ते तेरे वर्गी बख्शिश कोई नहीं। उगवणो तै आथवणो चौचक्की कियन लोवा, जिन्नी गुरु ना सोवे सेवियो मन मुखा पया मोवा, दूनी चौनी करा मात सच्चे का सच्चा ढोवा, चारे जागे चौं जुगी पंचायन आपे होवा। ये रबाबी ने जिन्हां दी याद तुसी आपां समागम कीता है। हुण अगली बेनती भाई साहब ये तो दस देंदे सारे, मैं सुनाई थी साखी भी भुल गए, केड़ा बंदा नहीं भुल सकता। याद रखियो जदों भुल के कोई वापस आउंदा है ना, गुरु उदू कई गुणा वध प्यार करता है। इकबाल कहता फिर शाने करीमी के हौसले देखे, फिर शाने करीमी के हौसले देखे, गुनाहगार कह दे जो गुनाहगार हूं मैं, तड़प के शाने करीमी ने ले लिया बोसा, कहा सर को झुका कर के गुनाहगार हूं मैं। महाराज तां हाथ चुम लेंदे ने जी। इकबाल कहता है जदों मैं क्या मैं गलती की, मैं भुल की,
पछतावे दे अथरू डिगे। रब ने दोनों हाथ सामने करके कहा, ये अथरू जमीन ते ना डिगण दे, ये मेरियां तलियां च पैण दे। ये अथरू नहीं, तेरे दिल विचों निकलिया होया अरक, ओदे अरक दे बने कोई मोती ने। मैं आप नूं बेनती करांगा गुरमुखो, फिर की होया? इस तो बाद कहानी खत्म हो गई। गुरु अर्जुन देव शहीद होए, भाई सत्ता जी भाई बलवंड जी कीर्तन करते रहे। गुरु हरगोबिंद साहब लाहौर गए, भाई सत्ता जी भाई बलवंड जी नाल गए, जिथे गुरु अर्जुन देव जी नूं शहीद किया गया। इत्थे फिर इन्हां ने कीर्तन किया, रोज करते सन। अज अमृत वेले का कीर्तन होया। साडा इतिहास कहता वजद विच आके आसा की वार गाई, ते गाई भी टूंडे असराजे की धुनी च। जदों दोनों भरा वजद च आके गा रहे ने, ते अचनचेत जदों चौवीं पौड़ी खत्म हुई, वड्डे कियां वड्याइयां किछ कहना कहन ना जाए, सो करता कादर करीम दे जियां रिजक संभाए। पौड़ी पढ़न तो बाद साज बंद हो गए, दोनों साज बंद हो गए, कीर्तन बंद हो गया। कोई उस बाद आवाज नहीं आ रही। कि देखा दोनों भरावां ने साज रख दिते। गुरु अर्जुन देव दे सपुत्र छेवें सतगुरु गुरु हरगोबिंद साहब दे सामने खलो के कहंदा, सच्चे पातशाह, संगत देखदी कीर्तन बंद करके खड़े हो गए, वार दा भोग पै गया। कहंदे सच्चे पातशाह, साडे दोनों भरावां दा अंतला समा आ गया है, तुसी किरपा करके सानू असीस बख्शो। दोनों भरावां ने इकट्ठा मत्था टेकिया। उदों बाद उन्हां दे प्राण निकले सन ते संगत विच निकले सन। इतिहास विच आउंदा है, गुर मूरत मन मह दृढ़ कीनी, सत नाम कै बप तज दीनी। सत नाम वैगुरु क्या ते शरीर नूं छड्ड गए। ये गुरु के रबाबी ने। एक तुसी बाबा बुढ़ा साहब जी दे बारे में, क्योंकि टाइम हो चुका है पूरा 1 घंटा, भाई साहब आ गया। गुरमुखो बस एक गल चेते रखियो, बाबा बुढ़ा जी 125 साल जी के गए आ। 12 साल की उम्र च गुरु नानक साहब नूं मिले सन। 113 साल सिੱਖੀ कमाई सी। अंतला समा उन्हां दा गुरु हरगोबिंद साहब की गोद विच होया सी। बाकी अगले साल रब वेर करे फिर आपां कोई प्रकरण बाबा जी की भावें मैं डिटेल नाल अर्ज कर जांगा। आप संगत का बहुत धन्नवाद।